ਪੰਕਜ ਬੰਦਨ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਬਿਗਨਨ ਕੀ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਫਲ ਫੂਲਨ ਦਲਿਉਤ ਤਰ ਚਾਰੂ। ਪਥਕ ਹਿਤ ਖਾਂਡੇ ਸੁਖਕਾਰੂ। ਬਸੇ ਲੋਕ ਜੈ ਸੋ ਜਨ ਸੁਚਾਲੀ। ਦਿਆ ਧਰਮ ਕੀ ਜੀ ਪ੍ਰਤਪਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਜਿਸ ਵੇਲੇ ਧਰਤੀ ਦੇ ਉੱਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਉਣ ਦਾ ਸਮਾਂ ਹੋਇਆ, ਕਹਿੰਦੇ ਕੁਦਰਤ ਨੂੰ ਵੀ ਖੁਸ਼ੀ ਹੋਈ। ਕੁਦਰਤ ਦੀ ਖੁਸ਼ੀ ਦਾ ਇਹ ਪਤਾ ਲੱਗਦਾ ਇਸ ਤਰ੍ਹਾਂ ਦੇ ਨਾਲ ਬਈ ਉਦੋਂ ਫਸਲਾਂ ਬੜੀਆਂ ਚੰਗੀਆਂ ਹੋਣ ਲੱਗੀਆਂ, ਚੰਗੇ ਮੀਂਹ ਪੈਣ ਲੱਗੇ, ਔਰ ਜਿਹੜੇ ਫਲਾਂ ਦੇ ਦਰਖਤ ਸਨ ਉਹਨਾਂ ਨੂੰ ਫਲ ਵੀ ਬਹੁਤ ਲੱਗੇ। ਜਦੋਂ ਪਰਮੇਸ਼ਰ ਨੇ ਦੁਨੀਆ ਵਿੱਚ ਗੁਰੂ ਨਾਨਕ ਜੀ ਦਾ ਰੂਪ ਧਾਰ ਕੇ ਆਉਣਾ ਹੈ, ਉਸ ਤੋਂ ਪਹਿਲਾਂ ਕੁਦਰਤ ਨੂੰ ਵੀ ਖੁਸ਼ੀ ਹੋਈ। ਫਲ ਫੂਲਣ ਦਾ ਯੁੱਧ ਤਰ ਚਾਰੂ। ਤਰ ਦਰਖਤ, ਚਾਰੂ ਸੁੰਦਰ। ਸੁੰਦਰ ਦਰਖਤਾਂ ਦੇ ਉੱਤੇ ਬੇਅੰਤ ਫਲ ਲੱਗਿਆ। ਪਥਕ ਹੇਤ ਠਾਢੇ ਸੁਖਾਰੂ। ਮਾਨੋ ਕਿ ਇਹ ਦਰਖਤ ਵੀ ਆਉਣ ਜਾਣ ਵਾਲੇ ਰਾਹੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੇ ਜੀ। ਫਲ ਫੂਲਨ ਦਲਿਉਤ ਤਰ ਚਾਰੂ। ਪਥਕ ਹਿਤ ਠਾਂਡੀ ਸੁਖਕਾਰੂ। ਪਿਛਲੇ ਦਿਨੀ ਆਪਾਂ ਇੱਥੋਂ ਤੱਕ ਵਿਚਾਰ ਸਰਵਣ ਕੀਤੀ ਸੀ, ਜਦੋਂ ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਵੀ ਦੱਸਿਆ। ਫਿਰ ਜਦੋਂ ਉਹਨਾਂ ਦਾ ਜਨਮ ਹੋਇਆ ਨਨਕਾਣਾ ਸਾਹਿਬ ਵਿਖੇ, ਉਸ ਵੇਲੇ ਦਾ ਵਾਤਾਵਰਨ ਦਾ ਮਾਹੌਲ ਵੀ ਦੱਸਦੇ ਆ। ਇਸ ਕਥਾ ਨੂੰ ਆਰੰਭ ਕਰਕੇ ਅੱਗੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਅਰਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਫਲ ਫੂਲਨ ਦਲਿਉਤ ਤਰ ਚਾਰੂ। ਪਥਕ ਹਿਤ ਠਾਂਡੀ ਸੁਖਕਾਰੂ। ਕਹਿਣ ਲੱਗੇ ਉਸ ਵੇਲੇ ਫਿਰ ਜਿਹੜਾ ਸੀਗਾ ਧਰਤੀ ਦੇ ਉੱਤੇ, ਜਿਹਨੂੰ ਅਸੀਂ ਮਾਲਵੇ ਵਿੱਚ ਕਹਿੰਦੇ ਆ ਕਿ ਐਤਕੀ ਸਮਾਂ ਬੜਾ ਲੱਗਿਆ। ਪੁਰਾਣੇ ਬਜ਼ੁਰਗ ਜਾਣਦੇ ਆ ਸਮਾਂ ਲੱਗਣ ਦਾ ਮਤਲਬ ਫਸਲ ਵਧੀਆ ਹੋਣਾ। ਤਾਂ ਕਹਿਣ ਲੱਗੇ ਬਹੁਤ ਵਧੀਆ ਸਮਾਂ ਆ ਗਿਆ ਧਰਤੀ ਦੇ ਉੱਤੇ। ਪਰਮੇਸ਼ਰ ਨੇ ਆਉਣਾ ਹੈ, ਉਹਦੇ ਆਉਣ ਤੋਂ ਪਹਿਲਾਂ ਇਹ ਕੁਦਰਤ ਵੀ ਉਹਦੀ ਸੇਵਾ ਵਿੱਚ ਹਾਜ਼ਰ ਹੋਈ। ਦਰਖਤਾਂ ਨੂੰ ਫਲ ਬਹੁਤ ਲੱਗਿਆ, ਫਸਲਾਂ ਨੂੰ ਝਾੜ ਚੰਗਾ ਨਿਕਲਿਆ।
ਔਰ ਦਰਖਤ ਵੀ ਮਾਨੋ ਹਰਿਆਲੀ ਦੇ ਵਿੱਚ ਟਹਿਕਣ ਲੱਗੇ, ਮਾਨੋ ਆਉਂਦੇ ਜਾਂਦੇ ਰਾਹੀਆਂ ਦੀ ਸੇਵਾ ਕਰਨੀ ਹੈ। बसे लोक जैसो जन सुचाली दिया धर्म के जे प्रतिपाली। ਔਰ ਕਿੱਥੇ ਆਉਣਾ ਅਕਾਲ ਪੁਰਖ ਨੇ ਨਾਨਕ ਦਾ ਰੂਪ ਧਾਰ ਕੇ, ਜਿੱਥੇ ਕਿ ਬੜੇ ਚੰਗੇ ਲੋਕ ਵਸਦੇ ਹੈ, ਦਇਆ ਧਰਮ ਦੇ ਵਾਲੇ, ਔਰ ਪੂਰੀ ਤਰ੍ਹਾਂ ਆਪਣੇ ਧਰਮ ਨੂੰ ਪਾਲਣ ਵਾਲੇ। असथित से मैं जिन मन राता गुण कराई सब विद्या ज्ञाता। ਔਰ ਅਤਿਥੀ ਹੁੰਦੇ ਆ ਯਾਤਰੂ, ਪ੍ਰਾਹੁਣੇ, ਤੇ ਮਾਨੋ ਇਹ ਕੁਦਰਤ ਜਿਹੜੀ ਹੈ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਈ। ਉਸ ਇਲਾਕੇ ਦੇ ਲੋਕ ਰਾਏ ਬਲਾਰ ਵਰਗੇ ਵਧੀਆ ਉੱਥੋਂ ਦੇ ਮੋਹਤਵਾਰ ਬੰਦੇ ਹਨ, ਜਿਹੜੇ ਆਪਣੇ ਇਲਾਕੇ ਦੇ ਗਰੀਬਾਂ ਦਾ ਖਿਆਲ ਰੱਖਦੇ ਹਨ। उपजे जय तरंग बहुत सुंदर बलि तलता गुण के मंदिर। ਔਰ ਗੁਰੂ ਪਿਆਰਿਓ, ਜਿਸ ਇਲਾਕੇ ਦੇ ਵਿੱਚ ਦੱਸਦੇ ਹਨ ਕਿ ਦੋ ਨਦੀਆਂ ਵਗਦੀਆਂ, ਜਿਨ੍ਹਾਂ ਦੇ ਵਿੱਚ ਬੜੀਆਂ ਪਾਣੀ ਦੀਆਂ ਲਹਿਰਾਂ ਚੱਲਦੀਆਂ, ਤਰੰਗਾਂ ਚੱਲਦੀਆਂ, ਔਰ ਇਸ ਇਲਾਕੇ ਦੇ ਵਿੱਚ ਵਿਦਿਆ ਦੇ ਵੀ ਭੰਡਾਰ ਹਨ। और पशु बहुत सो भग सो जाती तिनकी खान कीन विद ख्याति। ਔਰ ਇਸ ਇਲਾਕੇ ਦੇ ਪਸ਼ੂ ਵੀ ਬੜੀਆਂ ਵਧੀਆ ਨਸਲਾਂ ਵਾਲੇ ਹੋਏ ਹਨ, ਜਿਨ੍ਹਾਂ ਦੀ ਖਾਣ ਪਾਣ ਦੇ ਵਿੱਚ ਗੁਰੂ ਪਿਆਰਿਓ ਬੜਾ ਖਿਆਲ ਰੱਖਿਆ ਜਾਂਦਾ। ਵਿਧਾਤੇ ਨੇ, ਪਰਮੇਸ਼ਰ ਨੇ ਮਾਨੋ ਚੰਗੀਆਂ ਨਸਲਾਂ ਵਾਲੇ ਪਸ਼ੂ ਇਸ ਇਲਾਕੇ ਵਿੱਚ ਪੈਦਾ ਕੀਤੇ। जो अस देश रुचत बरसागरा भरत खंड में शुभत उजगरा। ਤੋ ਭਰਤਖੰਡ ਜਿਹੜਾ ਹੈ ਕੇਵਲ ਇਹ ਹੱਦ ਤੋਂ ਇੱਧਰ ਨਹੀਂ ਸੀਗਾ, ਇਹ ਸਮੇਤ ਉਹ ਅਰਬਸਤਾਨ ਦੇ ਤੇ ਸਮੇਤ ਹਿੰਦੁਸਤਾਨ ਦੇ ਇਹਨੂੰ ਭਰਤਖੰਡ ਕਹਿੰਦੇ ਸੀ। ਖੰਡ ਹੁੰਦਾ ਹਿੱਸਾ, ਬ੍ਰਹਿਮੰਡ ਦਾ ਇੱਕ ਹਿੱਸਾ, ਇਹਨੂੰ ਕਹਿੰਦੇ ਸੀ ਭਰਤਖੰਡ। ਤਾਂ ਫਿਰ ਇਸ ਦਾ ਨਾਮ ਪੈ ਗਿਆ ਭਾਰਤ, ਤੇ ਅੰਗਰੇਜ਼ ਆਏ ਤੇ ਉਹਨਾਂ ਨੇ ਇਹਦਾ ਨਾਮ ਰੱਖ ਦਿੱਤਾ ਇੰਡੀਆ। ਖੈਰ ਪ੍ਰਾਤਨ ਨਾਮ ਇਹ ਸਾਰੇ ਆਲ ਵਰਲਡ ਦਾ, ਇੱਧਰ ਤੋਂ ਲੈ ਕੇ ਉੱਧਰ ਤੱਕ ਦਾ ਭਰਤਖੰਡ ਨਾਮ ਹੈ। ਇਹ ਭਰਤਖੰਡ ਦੇ ਵਿੱਚ ਪੈਣ ਵਾਲੀ ਸ਼ੁਭਤ ਉਜਗਰਾ ਅੱਜ ਤਾਂ ਦੁਨੀਆ ਵਿੱਚ ਪ੍ਰਗਟ ਹੈ। ਕਿਹੜਾ ਇਲਾਕਾ ਹੈ ਜੀ? चौबई तैमे तलवंडी पल नगरी चार वर्ण कर पूरत सगरी। ਤਾਂ ਇਹ ਹੈ ਤਲਵੰਡੀ, ਰਾਏ ਭੋਇ ਕੀ ਤਲਵੰਡੀ, ਸ਼੍ਰੀ ਨਨਕਾਣਾ ਸਾਹਿਬ ਜਿਸ ਦਾ ਨਾਮ ਹੈ। ਪਹਿਲਾਂ ਇਸ ਦਾ ਨਾਮ ਸੀਗਾ ਰਾਏ ਭੋਇ ਕੀ ਤਲਵੰਡੀ। ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆ ਗਏ ਤੇ ਨਾਨਕ ਆਉਣਾ, ਭਾਵ ਨਾਨਕ ਜੀ ਦਾ ਆਉਣਾ, ਤੇ ਇਸ ਦਾ ਨਾਮ ਪੈ ਗਿਆ ਫਿਰ ਨਨਕਾਣਾ ਸਾਹਿਬ। ਨਾਨਕ ਜੀ ਦਾ ਆਉਣਾ। बड़ी सुंदर नगरी है। जेके 14 बाग सुहावा कुसुम बाग का बहुत पावा। बड़ी हरियाली है इस इलाके दे विच। चार सपेरे बड़े बाग लगे हुए हैं, फुल्लां वाले, फलां वाले आदि। नगर कोट दिग बनिया उतंगा मत्सर धरता जोगिर संगा। और ये नगर जिहड़ा है एक राजियां दे नगरां दी न्याई है। ਜਿਹੜੀ ਰਾਜਧਾਨੀ ਹੁੰਦੀ ਸੀ ਨਾ, ਉਸ ਨੂੰ ਰਾਜੇ ਲੋਕ ਚਾਰ ਛਪੇਰਿਓਂ ਉੱਚੀ ਕੰਧ ਕੱਢ ਕੇ ਕਵਰ ਕਰ ਦਿੰਦੇ। ਔਰ ਰਾਜਧਾਨੀ ਦੇ ਚਾਰ ਛਪੇਰੇ ਗੁਰੂ ਪਿਆਰੋ ਚਾਰ ਗੇਟ ਰੱਖ ਦਿੰਦੇ ਬਾਹਰ ਆਉਣ ਜਾਣ ਵਾਸਤੇ, ਤੇ ਰਾਤ ਨੂੰ ਉਹ ਗੇਟ ਬੰਦ ਕਰ ਦਿੱਤੇ ਜਾਂਦੇ। ਇਸ ਤਰ੍ਹਾਂ ਇਹ ਤਲਵੰਡੀ ਰਾਏ ਭੋਇ ਕੀ ਜਿਹੜੀ ਤਲਵੰਡੀ ਹੈ, ਇਸ ਦੇ ਵੀ ਚਾਰ ਛਪੇਰੇ ਉੱਚੀ ਕੰਧ ਕੱਢੀ ਹੋਈ ਹੈ, ਤਾਂ ਕਿ ਅੰਦਰ ਕੋਈ ਮਤਸਰ ਭਾਵ ਚੋਰ ਆਦि डाकू लुटेरे न आ सकन। कटा कटा संग करत बिलासा मनो निरुतन की है आशा। और आकाशां दे विच देखिए तां उत्ते हुंदियां घटा बदल, भाव इस इलाके दे घर बिल्डिंगां इन्नियां उच्चियां अटारियां हन कि घटा बदलां नाल छूंदियां। अटा घटा संग करत बिलासा, अटा अटारियां ਜਿਹਨੂੰ ਆਪਾਂ ਚਵਾਰੇ ਕਹਿ ਦਿੰਦੇ ਅੱਜ ਕੱਲ, ਪਹਿਲਾਂ ਅਟਾਰੀਆਂ ਕਹਿ ਦਿੰਦੇ ਸੀ, ਉੱਚੀਆਂ ਮੰਜ਼ਲਾਂ। ਇੰਨੀਆਂ ਉੱਚੀਆਂ ਉੱਚੀਆਂ ਸੁੰਦਰ ਲੋਕਾਂ ਦੇ ਘਰ ਬਣੇ ਹਨ ਜਿਹੜੇ ਆਕਾਸ਼ਾਂ ਨੂੰ ਛੂਹਦੇ ਹਨ। ਮੰਦਰ ਜੈ ਸੁੰਦਰ ਛਬ ਪਾਈ ਸਰਬ ਰਤਨ ਮੈਂ ਜੇ ਸੁਖਦਾਈ। ਔਰ ਨਗਰ ਦੇ ਵਿੱਚ ਜਿਹੜੇ ਘਰ ਹਨ ਉਹ ਇਸ ਢੰਗ ਨਾਲ ਮਿਸਤਰੀਆਂ ਨੇ ਜੁਗਤੀ ਨਾਲ ਬਣਾਏ ਆ ਕਿ ਸਾਰੀਆਂ ਰੁੱਤਾਂ ਵਿੱਚ ਸੁੱਖ ਦੇਣ ਵਾਲੇ। ਪੁਰਾਣੇ ਸਮਿਆਂ ਦੇ ਕੱਚੇ ਘਰ ਜਿਹੜੇ ਹੁੰਦੇ ਸੀ ਨਾ ਗੁਰੂ ਪਿਆਰਿਓ, ਸਿਆਣੇ ਲੋਕ ਜਾਣਦੇ ਆ
ਕਿ ਸਿਆਲ ਵਿੱਚ ਉਹ ਨਿੱਘੇ ਹੋ ਜਾਂਦੇ ਤੇ ਗਰਮੀ ਵਿੱਚ ਠੰਡੇ ਰਹਿੰਦੇ ਸੀ। ਉਹ ਸਤਨਾਮ। ਜੀ ਵਾਹਿਗੁਰੂ। ਅੱਜ ਕੱਲ੍ਹ ਪੱਕੀਆਂ ਬਿਲਡਿੰਗਾਂ ਇੱਟਾਂ ਦੀਆਂ ਸੀਮੈਂਟਡ, ਤਾਂ ਇਹ ਗਰਮੀ ਵਿੱਚ ਗਰਮ ਹੋ ਜਾਂਦੀਆਂ, ਸਿਆਲ ਵਿੱਚ ਠੰਡੀਆਂ ਹੋ ਜਾਂਦੀਆਂ। ਪਰ ਪਹਿਲਾਂ ਵਾਲੇ ਐਸੇ ਘਰ ਜੁਗਤੀ ਨਾਲ ਮਿਸਤਰੀ ਲੋਕ ਬਣਾਇਆ ਕਰਦੇ ਸੀ ਕਿ ਹਰੇਕ ਰੁੱਤ ਦੇ ਵਿੱਚ ਸੁੱਖ ਦੇਣ ਵਾਲੇ ਹੁੰਦੇ ਸਨ। ਐਸੇ ਐਸੇ ਸੁੰਦਰ ਘਰ ਬਣੇ ਹਨ। ਅਸ਼ਟਾਪਦ ਸਮ ਵਿਪਨੀ ਪੂਰੀ, ਬਨ ਜੋ ਸੋਜ ਸੋ ਆਪਨ ਪੂਰੀ। ਔਰ ਇਸ ਨਗਰ ਤਲਵੰਡੀ ਦੇ ਵਿੱਚ, ਤਲਵੰਡੀ ਸ਼ਹਿਰ ਹੈ, ਇਸ ਨਗਰ ਦੇ ਵਿੱਚ ਵਪਾਰ ਵੀ ਚੱਲਦਾ ਹੈ। ਔਰ ਗੁਰੂ ਪਿਆਰਿਓ ਬਾਜ਼ਾਰ ਬਣਾਏ ਹੋਏ ਹੈ, ਚੌਂਕ ਬਣਾਏ ਹੋਏ ਹੈ, ਬੜੀ ਸੁੰਦਰਤਾ ਦੇ ਨਾਲ ਇਸ ਨਗਰ ਨੂੰ ਬਣਾਇਆ ਗਿਆ। ਕੱਟ ਕੇ ਸਾਰੇ ਬਾਜ਼ਾਰਾਂ ਦੇ ਵਿੱਚ, ਦੁਕਾਨਾਂ ਦੇ ਉੱਤੇ ਸੌਦੇ ਮਿਲਦੇ ਹੈ ਔਰ ਵਣਜ ਵਪਾਰ ਹੁੰਦਾ ਹੈ। ਸ੍ਰੀ ਨਾਨਕ ਆਗਮ ਕੇ ਹੇਤੂ, ਰਚਿਓ ਸੁਰਗ ਵਿਦ ਸੁਖ ਸਕੀਤੂ। ਇਹ ਮੰਨ ਕੇ ਚੱਲੋ ਕਿ ਖੁਦ ਪਰਮੇਸ਼ਰ ਨੇ ਇੱਥੇ ਆਉਣਾ ਹੈ, ਤੇ ਪਰਮੇਸ਼ਰ ਨੇ ਆਪਣੇ ਆਉਣ ਤੋਂ ਪਹਿਲਾਂ ਹੀ ਇਸ ਨਗਰ ਦੀ ਐਸੀ ਰਚਨਾ ਬਣਾਈ ਹੈ ਕਿ ਮਾਨੋ ਸਵਰਗ ਹੀ ਲੱਗਦਾ। ਸੁਰਬੇ ਕੀਰ ਪਿਓਕ ਸਮਾਨਾ, ਸੁਰ ਸਮ ਸੁੰਦਰ ਮਨੋਜ ਠੁਦਾਨਾ। ਸੁਰਭੀ ਕਹਿੰਦੇ ਆ ਗਊਆਂ ਨੂੰ, ਕਹਿੰਦੇ ਐਸਾ ਵੇਖ ਰਹੇ ਆ ਵਾਤਾਵਰਨ, ਫੀਲਿੰਗ ਹੈ ਇਹ ਉਸ ਸਮੇਂ ਦੀ। ਭਾਈ ਸਾਹਿਬ ਜੀ ਨੇ ਇਸ ਚੀਜ਼ਾਂ ਨੂੰ ਬੜਾ ਹੀ ਬਰੀਕੀ ਨਾਲ ਦੱਸਣਾ ਕੀਤਾ। ਵਾਕਿਆ ਜਦੋਂ ਕੋਈ ਲੰਗਾ ਸਮਾਂ ਆਉਂਦਾ ਹੈ ਨਾ, ਉਦੋਂ ਇਹ ਕੁਦਰਤ 'ਚ ਬਦਲਾਅ ਆਉਂਦਾ ਹੈ। ਕਹਿੰਦੇ ਸੁਰਭੀ ਜਿਹੜੀਆਂ ਗਊਆਂ ਹਨ ਉਹ ਦੁੱਧ ਬਹੁਤ ਦੇਣ ਲੱਗੀਆਂ, ਔਰ ਸੁਰਸਮ ਸੁੰਦਰ ਮਜੂ ਸੁਜਾਨਾ, ਇਸ ਇਲਾਕੇ ਦੇ ਲੋਕ ਸ਼ਕਲਾਂ ਕਰਕੇ ਬੜੇ ਸੁੰਦਰ ਹਨ। ਜੈ ਕੀ ਰਚਨਾ ਹੀਰ ਬਚਿਤਰਾ, ਵਿਸ਼ਕਰਮਾ ਹੋਏ ਚਿਤ ਚਿਤਰਾ। ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿੰਦੇ ਇਸ ਨਗਰ ਦੀ ਜਿਹੜੀ ਸੁੰਦਰਤਾ ਹੈ ਨਾ, ਜਿਸ ਨੂੰ ਦੇਖ ਕੇ ਵਿਸ਼ਵਕਰਮਾ ਭਾਵ ਮਿਸਤਰੀ ਲੋਕਾਂ ਦਾ ਗੁਰੂ ਉਸਤਾਦ ਮੰਨਿਆ ਜਾਂਦਾ ਵਿਸ਼ਵਕਰਮਾ। ਵੈਸੇ ਵਿਸ਼ਵਕਰਮਾ ਦਾ ਅਰਥ ਹੈ ਵਿਸ਼ਵ ਦੇ ਕੰਮ, ਤੇ ਇਹਨਾਂ ਵਿਸ਼ਵ ਦੇ ਕੰਮਾਂ ਨੂੰ ਕਰਾਉਣ ਵਾਲਾ ਹੈ ਪਰਮੇਸ਼ਰ। ਚਲੋ ਅੱਗੇ ਚੱਲ ਕੇ ਗੁਰੂ ਪਿਆਰਿਓ ਨੂੰ ਇੱਕ ਤਸਵੀਰ ਰੱਖ ਦਿੱਤੀ ਗਈ ਵਿਸ਼ਵਕਰਮਾ ਦੀ, ਔਰ ਵਿਸ਼ਵਕਰਮਾ ਜਿਹੜਾ ਹੈ ਉਸ ਦੀ ਤਸਵੀਰ ਦੇ ਦੁਆਲੇ ਸਾਰੇ ਸੰਦ ਲੱਗੇ ਹੋਏ ਹੈ, ਤਰਖਾਣਾਂ ਦੇ, ਮਿਸਤਰੀਆਂ ਦੇ, ਲੋਹਾਰਾਂ ਦੇ, ਘੁਮਿਆਰਾਂ ਦੇ, ਆਦਿ ਆਦਿ। ਤੋ ਵਿਸ਼ਵਕਰਮਾ ਦੇ ਕਹਿੰਦੇ 5 ਪੁੱਤਰ ਸੀ। ਉਹਨੇ ਆਪਣੇ 5 ਪੁੱਤਰਾਂ ਨੂੰ ਅਲੱਗ-ਅਲੱਗ ਕੰਮਾਂ 'ਚ ਪਾਤਾ। ਇੱਕ ਨੂੰ ਇੱਟਾਂ ਦੇ ਘਰ ਬਣਾਉਣੇ, ਲੱਕੜ ਦਾ ਕੰਮ ਕਰਨਾ, ਸੋਨੇ ਚਾਂਦੀ ਦਾ ਕੰਮ ਕਰਨਾ, ਲੋਹੇ ਦਾ ਕੰਮ ਕਰਨਾ ਆਦਿ। ਉਹਨੇ ਆਪਣੇ 5 ਪੁੱਤਰਾਂ ਨੂੰ ਅਲੱਗ-ਅਲੱਗ ਕੰਮਾਂ 'ਚ ਪਾਇਆ। ਅਸਲ ਵਿੱਚ ਵਿਸ਼ਵਕਰਮਾ ਜਿਹੜਾ ਉਹ ਪਰਮੇਸ਼ਰ ਹੈ। ਕੋਈ ਸਤਨਾਮ। ਚਲੋ ਇੱਥੇ ਭਾਈ ਸਾਹਿਬ ਜੀ ਨੇ ਉਸ ਵਿਸ਼ਵਕਰਮਾ ਦੀ ਗੱਲ ਕੀਤੀ ਹੈ ਜਿਸ ਨੂੰ ਮਿਸਤਰੀ ਲੋਕ ਦੀਵਾਲੀ ਤੋਂ ਅਗਲੇ ਦਿਨ ਪੂਜਦੇ ਆ। ਤਾਂ ਕਹਿੰਦੇ ਉਹ ਵਿਸ਼ਵਕਰਮਾ ਵੀ ਤਲਵੰਡੀ ਦੀ ਰਚਨਾ ਦੇਖ ਕੇ ਹੈਰਾਨ ਹੋ ਜਾਵੇ। ਸੁਰਤ ਪਾਠੀ ਹੋਤੀ ਤਤਵੇ ਤੂ, ਖਟ ਕਰਮੀ ਕ੍ਰਿਤ ਕੈਵਲ ਹੇਤੂ। ਇਸ ਇਲਾਕੇ ਦੇ ਸ਼ਰੂਤੀ ਪਾਠੀ ਭਾਵ ਵੇਦਾਂ ਨੂੰ ਪੜ੍ਹਨ ਵਾਲੇ, ਹੋਤੀ ਭਾਵ ਹੋਮ ਆਦਿ ਕਰਵਾਉਣ ਵਾਲੇ ਬ੍ਰਾਹਮਣ ਲੋਕ, ਪੰਡਿਤ ਲੋਕ, ਖਟ ਕਰਮੀ 6 ਤਰ੍ਹਾਂ ਦੇ ਕਰਮਾਂ ਨੂੰ ਕਰਨ ਵਾਲੇ, ਕਿਰਤ ਕੈਵਲ ਹੇਤੂ ਮੁਕਤੀ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਕੰਮਾਂ ਨੂੰ ਕਰਨ ਵਾਲੇ ਜੀ। ਅਸ ਦਿਜ ਵਰਜੈ ਬਸੇ ਸੁਕਾਰੇ, ਛਤਰੀ ਧਰਮ ਯੁੱਧ ਹਿਤ ਧਾਰੇ। ਇਸ ਨਗਰ ਦੇ ਵਿੱਚ ਇਹੋ ਜਿਹੇ ਬ੍ਰਾਹਮਣ ਲੋਕ ਵੀ ਵਸਦੇ ਆ, ਔਰ ਛਤਰੀ ਜੋ ਜੰਗਾਂ ਜੁੱਧਾਂ ਵਿੱਚ ਤਤਪਰ ਰਹਿਣ ਵਾਲੇ ਹਨ ਉਹ ਵੀ ਵਸਦੇ ਹਨ। ਛਤਰੀ ਬਾਨਕ ਧਨੀ ਕ੍ਰਿਤ ਬਣ ਜਪਨੀਤਾ, ਬਾਤ ਕੁਸਲ ਬੇਤਨ ਪਤ ਪ੍ਰੀਤਾ। ਔਰ ਬਾਣੀਏ ਲੋਕ, ਵਪਾਰੀ ਲੋਕ, ਧਨੀ ਲੋਕ ਵੀ ਵਸਦੇ ਹਨ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ 4 ਤਰ੍ਹਾਂ ਦੇ ਮਨੁੱਖ ਵੇਦਾਂ ਦੇ ਮਾਰਗ ਤੇ ਭਾਵ ਵੇਦਾਂ ਮੁਤਾਬਕ ਚੱਲਣ ਵਾਲੇ ਰਹਿੰਦੇ ਹਨ। ਚੌਪਈ ਸ਼ੂਦਰ ਸਬਣ ਕੀ ਸੇਵ ਕਰਾਏ, ਨਿਪੁੰਨਕਾਰ ਨਿਜ ਨਿਜ ਮਹਤੇ। ਭਾਵ ਕਹਿਣ ਤੋਂ ਹੈ ਕਿ ਇੱਥੇ 4 ਤਰ੍ਹਾਂ ਦੇ ਲੋਕ ਵਸਦੇ ਆ ਇਸ ਤਲਵੰਡੀ ਦੇ ਵਿੱਚ। ਖੱਤਰੀ, ਬ੍ਰਾਹਮਣ, ਸੂਦ, ਵੈਸ, ਸ਼ੂਦਰ ਹੁੰਦੇ ਆ ਜਿਹੜੇ ਦੂਸਰਿਆਂ ਦਾ ਕੰਮ ਕਰਦੇ ਹਨ। ਵੈਸੇ ਗੁਰਮਤਿ ਨੇ ਇਸ ਚੀਜ਼ ਨੂੰ ਕੱਟ ਦਿੱਤਾ ਹੈ। ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ, ਕਰਤਾ ਕਰੀਮ ਸੋਈ ਰਾਜ ਕਰ ਹੀਮ ਉਹੀ, ਦੂਸਰੋ ਨ ਭੇਦ ਕੋਈ ਭੂਲ ਭਰਮ ਮਾਨਵੋ। ਇਸ ਕਰਕੇ ਭਾਵ ਇਸ ਧਰਤੀ ਦੇ ਉੱਤੇ ਰਾਏ ਕੋਈ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹਰ ਤਰ੍ਹਾਂ ਦੇ ਲੋਕ ਵਸਦੇ ਹਨ। ਨਰ ਅਰੋਗਤਾ ਯੁਕਤ ਕੁਸ਼ਲਤਾ, ਵੈਦਿਕ ਪਠੇ ਹਿਤ ਸਭ ਗਿਆਤਾ। ਔਰ ਇੱਥੇ
ਸੁੰਦਰਤਾ ਹੈ, ਤੰਦਰੁਸਤੀ ਹੈ, ਔਰ ਵੈਦਿਕ ਭਾਵ ਇੱਥੇ ਗਿਆਨ ਦੇਣ ਵਾਲੇ ਵੀ ਹਨ ਤੇ ਵੈਦ ਵੀ ਹਨ ਜੋ ਹਰ ਤਰ੍ਹਾਂ ਦੀਆਂ ਦਵਾਈਆਂ ਨੂੰ ਜਾਣਨ ਵਾਲੇ ਹੈ। ਇਸ ਤਰ੍ਹਾਂ ਹਰ ਤਰ੍ਹਾਂ ਦੇ ਨਾਲ ਇਹ ਸ਼ਹਿਰ ਪ੍ਰਫੁੱਲਤ ਹੈ। ਰਾਏ ਭੋਏ ਕੀ ਤਲਵੰਡੀ, ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣਾ ਸ਼ੁਰੂ ਕੀਤਾ, ਪਹਿਲਾਂ ਗੁਰੂ ਰਾਮਦਾਸ ਜੀ ਨੇ ਜਾ ਕੇ ਉੱਥੇ ਆਪਣੇ ਮਕਾਨ ਬਣਾਏ। ਫਿਰ ਗੁਰੂ ਪਿਆਰੋ ਅੰਮ੍ਰਿਤਸਰ ਉਹ ਸੋਮਾ ਲੱਭਿਆ ਜਿੱਥੇ ਬੀਬੀ ਰਜਨੀ ਦਾ ਪਤੀ ਰਾਜੀ ਹੋਇਆ, ਇਹ ਗੁਰੂ ਅਰਜਨ ਦੇਵ ਜੀ ਨੇ ਲੱਭਿਆ। ਉਸ ਤੋਂ ਬਾਅਦ ਇਸ ਨਗਰ ਨੂੰ ਵਸਾਉਣ ਦੀ ਸਲਾਹ ਹੋਈ ਵੀ 1000 ਕਿੱਲਾ ਜ਼ਮੀਨ ਆ, ਫਿਰ ਸੁੰਦਰ ਸ਼ਹਿਰ ਕਿਉਂ ਨਾ ਵਸਾਇਆ ਜਾਵੇ, ਨਗਰ ਵਸਾਇਆ ਜਾਵੇ। ਫਿਰ ਜਿਹੜੇ ਸਿੱਖ ਪੰਜਵੇਂ ਪਾਤਸ਼ਾਹ ਜੀ ਕੋਲ ਆਉਂਦੇ ਸਨ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਵੀ ਕਿੰਨੇ ਬੱਚੇ ਆ ਤੁਹਾਡੇ? ਮਾਰੇ 4 ਬੱਚੇ ਆ। ਕੀ ਕਰਦੇ ਹੋ ਜੀ? ਅਸੀਂ ਲੋਹਾਰ ਹੁੰਨੇ ਆ। ਇਦਾਂ ਕਰੋ, ਇੱਕ ਬੱਚਾ ਤੇ ਉਹਦੇ ਪਰਿਵਾਰ ਨੂੰ ਇੱਥੇ ਭੇਜ ਦਿਓ, ਅਸੀਂ ਘਰ ਵੀ ਦੇਵਾਂਗੇ ਤੇ ਦੁਕਾਨ ਵੀ ਪਾ ਕੇ ਦੇਵਾਂਗੇ। ਕੋਈ ਸੁਨਿਆਰ ਆਇਆ ਉਹਦਾ ਬੱਚਾ ਬੁਲਾ ਲਿਆ, ਕੋਈ ਲੋਹਾਰ ਆਇਆ ਉਹਦਾ ਬੁਲਾ ਲਿਆ, ਘੁਮਿਆਰ ਆਇਆ ਉਹਦਾ ਬੁਲਾ ਲਿਆ, ਵਪਾਰੀ ਆਉਂਦੇ ਆ ਉਹਨਾਂ ਦੇ ਬੱਚਿਆਂ ਨੂੰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚ ਹਰ ਤਰ੍ਹਾਂ ਦੇ ਵਪਾਰ ਚਲਾਉਣ ਵਾਸਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਫਿੱਟ ਕੀਤਾ ਹੈ। ਕੋਈ ਸਤਨਾਮ, ਹਰ ਤਰ੍ਹਾਂ ਦੇ ਵਪਾਰ ਸੀ ਅੰਮ੍ਰਿਤਸਰ ਸਾਹਿਬ ਚੱਲਦੇ ਆ। ਖੈਰ ਅੱਗੇ ਚੱਲ ਗਏ ਆਪਾਂ। ਇਸ ਤਰ੍ਹਾਂ ਗੁਰੂ ਪਿਆਰੋ ਇਸ ਤਲਵੰਡੀ ਦੇ ਵਿੱਚ ਵੀ ਹਰ ਤਰ੍ਹਾਂ ਦੇ ਲੋਕ ਵਸਦੇ ਹਨ ਔਰ ਬੇਦੀ ਬੰਸ ਬਸੇ ਤੁਨ ਤਾਰੇ ਯੁੱਧ ਵੇਦ ਕਾ ਜਿਨੇ ਸੁਧਾਰੇ। ਔਰ ਇੱਥੇ ਬੇਦੀ ਵੀ ਰਹਿੰਦੇ ਹਨ ਜਿਨ੍ਹਾਂ ਨੇ ਧਨੁਧਾਰੀ, ਬੇਦੀਆਂ ਵਿੱਚ ਛਤਰੀ ਵੀ ਹੈ ਔਰ ਬੇਦੀਆਂ ਦੇ ਵਿੱਚ ਵੇਦਾਂ ਨੂੰ ਪੜ੍ਹਨ ਵਾਲੇ ਵੀ ਹਨ। ਜੇ ਆਪਾਂ ਹੋਰ ਬਹਿ ਕੇ ਜਾਈਏ ਨਾ, 10ਵੇਂ ਪਾਤਸ਼ਾਹ ਨੇ ਦੱਸਿਆ ਕਿ ਬੇਦੀ ਤੇ ਸੋਢੀ ਕਿੱਥੋਂ ਬਣੀ। ਰਾਮਚੰਦਰ ਤੋਂ ਅੱਗੇ ਉਹਦੀਆਂ 2 ਪੁੱਤਰ ਹੋਏ, ਕਹਿੰਦੇ ਲਵ-ਕੁਸ਼। ਲਵ-ਕੁਸ਼ ਤੋਂ ਅੱਗੇ ਜਾ ਕੇ ਇਹਨਾਂ ਨੇ ਗੁਰੂ ਪਿਆਰੋ ਲਾਹੌਰ ਤੇ ਕਸੂਰ 2 ਸ਼ਹਿਰ ਵਸਾਏ ਦੇ। ਇਹਨਾਂ ਦੋਹਾਂ ਸ਼ਹਿਰਾਂ ਦੇ 2 ਰਾਜੇ ਬਣੇਗਾ, ਇਹਨਾਂ ਦੇ ਪੁੱਤਰ ਪੋਤਰੇ ਦਾਦੇ ਪੜਦਾਦੇ। ਅੱਗੇ ਜਾ ਕੇ ਗੁਰੂ ਪਿਆਰੋ ਕੀ ਹੋਇਆ, ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਹੋਈਆਂ, ਲਾਹੌਰ ਵਾਲਿਆਂ ਤੇ ਕਸੂਰ ਵਾਲਿਆਂ ਦੀਆਂ। ਗਾਂ ਜਾ ਕੇ ਭੁੱਲ ਗਏ ਨਾ, ਸਰੀਕੇਬਾਜ਼ੀ ਪੈਦਾ ਹੋ ਗਈ, ਆਪਸ ਵਿੱਚ ਲੜਾਈਆਂ ਹੋਈਆਂ, ਜੰਗ ਹੋਏ। ਜਦੋਂ ਜੰਗ ਹੋਏ ਗੁਰੂ ਪਿਆਰਿਓ, ਪਹਿਲਾਂ ਇਹਨਾਂ ਬੇਦੀ ਸੀ ਨਾ ਸੋਢੀ ਸੀਗੇ। ਜਦੋਂ ਇਹਨਾਂ ਦੇ ਜੰਗ ਹੋਏ, ਇੱਕ ਰਾਜੇ ਨੇ ਦੂਜੇ ਰਾਜੇ ਦਾ ਰਾਜ ਖੋਲਿਆ, ਉਹਨੂੰ ਭਜਾ ਦਿੱਤਾ ਇੱਥੋਂ। ਉਹਦੀ ਜੋ ਕੁੱਲ ਦੇ ਕੋਈ ਬੱਚੇ ਬਚੇ, ਉਹ ਦੇਸ਼ ਛੱਡ ਕੇ, ਇਲਾਕਾ ਛੱਡ ਕੇ ਭੱਜ ਕੇ ਦੂਰ ਨਿਕਲ ਗਏ ਜਾਨ ਬਚਾਉਣ ਵਾਸਤੇ। ਉਹਨਾਂ ਦਾ ਇੱਕ ਰਾਜਕੁਮਾਰ ਸਨੌਰ ਦੇਸ਼ ਚਲਿਆ ਗਿਆ। ਸਨੌਰ ਦੇਸ਼ ਦਾ ਜਿਹੜਾ ਰਾਜਾ ਸੀਗਾ, ਉਸ ਨੂੰ ਪਤਾ ਲੱਗਿਆ ਵੀ ਇਹ ਜਿਹੜਾ ਬੱਚਾ ਆਇਆ ਸਾਡੇ ਦੇਸ਼ 'ਚ ਬਾਹਰੋਂ ਭੱਜ ਕੇ ਆਇਆ ਰਾਜ ਖਵਾ ਕੇ, ਇਹ ਜਿਹੜਾ ਹੈ ਰਾਜਿਆਂ ਦਾ ਮੁੰਡਾ ਹੈ। ਉਸ ਰਾਜੇ ਦੇ ਲੜਕਾ ਨਹੀਂ ਸੀ ਕੋਈ, ਇੱਕ ਲੜਕੀ ਸੀ। ਉਸ ਨੇ ਉਸ ਰਾਜਕੁਮਾਰ ਦੇ ਨਾਲ ਲੜਕੀ ਜਿਹੜੀ ਹੈ ਉਹ ਵਿਆਹ ਦਿੱਤੀ। ਸਨੌਰ ਦੇਸ਼ ਦੇ ਵਿੱਚ ਦੋਨੇ ਵਸਣ ਲੱਗੇ। ਤਾਂ ਹੌਲੀ ਹੌਲੀ ਦਿਮਾਗ ਵਿੱਚ ਖਿਆਲ ਆਇਆ ਵੀ ਸਾਡਾ ਜਿਹੜਾ ਰਾਜ ਹੈ ਉਹ ਲਾਹੌਰ ਤੇ ਕਸੂਰ ਦੇ ਇਲਾਕੇ 'ਚ ਹੈ। ਲਿਖਿਆ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਕਹਾਣੀ। ਲਵੀ ਸ਼ਵ ਜੀਤੇ ਕੁਸ਼ੀ ਸਭ ਹਾਰੇ। ਲਵੀ ਲਾਹੌਰ ਵਾਲੇ ਜਿੱਤ ਗਏ, ਕਸੂਰ ਵਾਲੇ ਹਾਰ ਗਏ। ਕਸੂਰ ਵਾਲੇ ਭੱਜ ਗਏ ਉੱਧਰ। ਉਹ ਜਾ ਕੇ ਸਨੌਰ ਦੇ ਰਾਜੇ ਦੇ ਘਰੇ ਜਾ ਕੇ ਵਿਆਹ ਕਰਵਾ ਲੈਂਦਾ, ਉੱਥੇ ਰਹਿੰਦਾ, ਬਾਲ ਬੱਚੇ ਪੈਦਾ ਹੁੰਦੇ ਆ। ਰਾਜਾ ਆਪਣਾ ਰਾਜ ਨੂੰ ਦੇ ਜਾਂਦਾ, ਫੌਜਾਂ ਮਿਲ ਗਈਆਂ ਉਸ ਨੂੰ, ਤੇ ਉਸ ਨੇ ਆ ਕੇ ਇੱਥੇ ਫਿਰ ਹਮਲਾ ਕੀਤਾ ਆਪਣਾ ਰਾਜ ਦਾਦੇ ਪੜਦਾਦਿਆਂ ਵਾਲਾ ਖੋਣ ਵਾਸਤੇ। ਕੋਈ ਸਤਨਾਮ। ਉਹਨੇ ਆ ਕੇ ਹਮਲਾ ਕੀਤਾ ਤੇ ਫਿਰ ਲਾਹੌਰ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਸੂਰ ਵਾਲਿਆਂ ਨੇ ਲਾਹੌਰ ਵਾਲਿਆਂ ਨੂੰ ਜਿੱਤ ਲਿਆ। ਤਾਂ ਹੁਣ ਉਹ ਸਨੌਰ ਵਿੱਚ ਰਹਿਣ ਕਰਕੇ ਪਹਿਲਾਂ ਤਾਂ ਉਹਨੂੰ ਸਨੌਡੀ ਕਹਿੰਦੇ ਸੀਗੇ, ਹੌਲੀ ਹੌਲੀ ਉਹ ਸਨੌਡੀ ਤੋਂ ਸੋਢੀ ਹੋ ਗਿਆ। ਇਹ ਸ਼ਬਦ ਉੱਥੋਂ ਮਿਲਿਆ, ਸਨੌਰ ਦੇਸ਼ ਤੋਂ ਸੋਢੀ। ਹੁਣ ਲਾਹੌਰ ਵਿੱਚ ਸੋਢੀ ਵਸਣ ਲੱਗੇ। ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਉਸ ਰਾਜਕੁਮਾਰ ਦਾ ਪੁੱਤਰ ਅੱਗੇ ਧਾਮਾ ਹੋਇਆ। ਅੱਗੇ ਕੋਲ ਚੱਲੀ ਬੜੀ ਲੰਮੀ ਕਹਾਣੀ ਹੈ। ਨਾਲ ਹੀ 10ਵੇਂ ਪਾਤਸ਼ਾਹ ਜੀ ਨੇ ਦੱਸਿਆ ਵੀ ਉਹਨਾਂ ਰਾਜਿਆਂ ਦਾ ਨਾਮ ਸੀ ਕਾਲ ਕੇਤ ਤੇ ਕਾਲ ਰਾਏ। ਇਹ ਦੋਨਾਂ ਦੇ ਰਾਜੇ ਸਨ, ਅੱਗੇ ਦਾਦੇ ਪੜਦਾਦਿਆਂ ਦਾ ਪੁੱਤ ਪੋਤਰੇ ਉਹਨਾਂ ਦੇ। ਤਾਂ ਫਿਰ ਕੀ ਹੋਇਆ, ਜਦੋਂ ਸੋਢੀਆਂ ਨੇ ਇੱਥੋਂ ਦਾ ਰਾਜ ਖੋਲਿਆ ਤੇ ਕਸੂਰ ਵਾਲਿਆਂ ਨੇ ਆ ਕੇ ਖੋਲਿਆ, ਲਾਹੌਰ ਵਾਲਿਆਂ ਨੂੰ ਭਜਾ ਦਿੱਤਾ। ਜਦੋਂ ਇਹਨਾਂ ਦਾ ਰਾਜ ਖੋਲਿਆ, ਇਹ ਭੱਜ ਗਏ। ਇਹਨਾਂ ਨੇ ਜਾ ਕੇ ਗੁਰੂ ਪਿਆਰੋ ਬਨਾਰਸ ਦੇ ਇਲਾਕੇ ਦੇ ਵਿੱਚ ਜਾ ਕੇ
ਆਪਣੀ ਜਾਨ ਬਚਾਈ। ਔਰ ਉੱਥੇ ਵੇਦਾਂ ਦੀ ਕਾਂਸ਼ੀ ਸੀ, ਹਿੰਦੂ ਮਤ ਦੀ ਕਾਂਸ਼ੀ ਆ ਬਨਾਰਸ। ਉੱਥੇ ਜਾ ਕੇ ਉਹਨਾਂ ਨੇ ਵੇਦ ਪੜ੍ਹਨੇ ਸ਼ੁਰੂ ਕੀਤੇ। ਜਦੋਂ ਉਹਨਾਂ ਨੇ ਵੇਦ ਪੜ੍ਹਨੇ ਸ਼ੁਰੂ ਕੀਤੇ, ਹੁਣ ਉਹ ਜਿਹੜੇ ਸੀਗੇ ਪਹਿਲਾਂ ਖੱਤਰੀ, ਉਹ ਖੱਤਰੀ ਵਾਲਾ ਨਾਮ ਤਾਂ ਉੱਡ ਗਿਆ ਉਹਨਾਂ ਦਾ। ਉਹਨਾਂ ਲੋਕ ਬੇਦੀ ਕਹਿਣ ਲੱਗ ਪਏ, ਜਿਵੇਂ ਸਾਨੂੰ ਤੁਸੀਂ ਗ੍ਰੰਥੀ ਕਹਿ ਦਿੰਦੇ ਹੋ। ਅਸੀਂ ਪਤਾ ਨਹੀਂ ਕੌਣ ਹੈ, ਕਿੱਥੋਂ ਆਏ ਆ, ਪਰ ਤੁਸੀਂ ਸਾਨੂੰ ਗ੍ਰੰਥੀ ਕਰਕੇ ਜਾਣਦੇ ਹੋ। ਕੋਈ ਸਤਨਾਮ। ਇਸੇ ਤਰ੍ਹਾਂ ਹੀ ਉਹ ਜਿਹੜੇ ਲਾਹੌਰ ਵਾਲਿਆਂ ਦੇ ਬੱਚੇ ਸਨ, ਉੱਥੇ ਸੋਢੀਆਂ ਨੇ ਆ ਕੇ ਕਬਜ਼ਾ ਕਰ ਲਿਆ। ਲਾਹੌਰ ਤੇ ਕਸੂਰ ਖੋਹ ਲਿਆ ਉਹਨਾਂ ਤੋਂ, ਇੱਕ ਰਾਜ ਕਰ ਲਿਆ। ਲੇਕਿਨ ਉਹਨਾਂ ਨੇ ਜਾ ਕੇ ਫਿਰ ਬਨਾਰਸ ਦੇ ਵਿੱਚ ਵੇਦ ਪੜ੍ਹੇ। ਵੇਦ ਪੜ੍ਹ ਕੇ ਤੇ ਇਹਨਾਂ ਨੇ ਬ੍ਰਾਹਮਣਾਂ ਦਾ ਰੂਪ ਧਾਰ ਲਿਆ ਤੇ ਇਹਨਾਂ ਲੋਕ ਬੇਦੀ ਕਹਿਣ ਲੱਗ ਪਏ, ਵੇਦਾਂ ਨੂੰ ਪੜ੍ਹਨ ਵਾਲੇ ਬੇਦੀ। ਹੁਣ ਇਹਨਾਂ ਬੇਦੀਆਂ ਨੇ ਗੁਰੂ ਪਿਆਰੋ ਪਿੱਛੇ ਰਾਜ ਕਰਨ ਦਾ ਖਿਆਲ ਹੀ ਛੱਡਤਾ, ਤਿਆਗਤਾ। ਔਰ ਉਹ ਗ੍ਰੰਥਾਂ ਦੀ, 4 ਵੇਦਾਂ ਦੀ ਉਹਨਾਂ ਦੀ ਕਥਾ ਕਰਨ ਲੱਗੇ ਜਗ੍ਹਾ ਜਗ੍ਹਾ ਤੇ ਜਾ ਕੇ। ਜਿਵੇਂ ਅੱਜ ਵੀ ਦੇਖਦੇ ਆ, ਕਈ ਵਾਰੀ ਹਿੰਦੂ ਮਤ ਦੇ ਵੱਡੇ ਸਮਾਗਮ ਹੁੰਦੇ ਆ, 40-40 ਦਿਨ 2-2 ਮਹੀਨੇ ਗੁਰੂ ਪਿਆਰੋ ਕਥਾ ਵਾਰਤਾ ਚੱਲਦੀ ਹੈ। ਇਹਨਾਂ ਦੇ ਰਿਸ਼ੀ ਮੁਨੀ ਆਉਂਦੇ ਆ। ਪਿੱਛੇ ਜੀ ਆਪਣੇ ਹਨੂਮਾਨ ਬੁੱਧ ਦੇ ਪਿਛਲੇ ਪਾਸੇ ਬਹੁਤ ਵੱਡਾ ਪੰਡਾਲ ਲੱਗਿਆ ਰਿਹਾ, 2-3 ਮਹੀਨੇ ਕਥਾ ਵਾਰਤਾ ਚੱਲਦੀ ਰਹੀ ਉੱਥੇ। ਇਸ ਤਰ੍ਹਾਂ ਬੇਦੀ ਦੂਰ ਦੂਰ ਜਾ ਕੇ ਨਾ ਇੱਕ ਇਕੱਠ ਬਣਾ ਕੇ ਤੇ ਆਪਣੇ ਵੇਦਾਂ ਦਾ ਪ੍ਰਚਾਰ ਕਰਦੇ ਸੀਗੇ। ਵੇਦਾਂ ਦਾ ਪ੍ਰਚਾਰ ਕਰਦੇ ਕਰਦੇ ਇਸ ਇਲਾਕੇ 'ਚ ਆ ਗਏ ਆਪਣੇ। ਹੁਣ ਜਿਹੜੇ ਸੋਢੀ ਸੀਗੇ, ਇਹ ਤਾਂ ਹੈ ਨਹੀਂ ਵੀ ਉਹੀ ਸੋਢੀ ਲੜਕੇ ਕੱਢੇ ਆ, ਗਾਂ ਉਸ ਦੇ ਪੁੱਤਰ ਪੋਤਰੇ ਆ ਗਏ ਰਾਜ ਤੇ। ਕਾਫੀ ਸਮਾਂ ਲੱਗਿਆ, ਸੈਂਕੜੇ ਸਾਲ ਬੀਤ ਜਾਂਦੇ ਆ। ਇਹਨਾਂ ਸੋਢੀਆਂ ਨੇ ਸੋਚਿਆ ਵੀ ਯਾਰ ਆਪਣੇ ਇਲਾਕੇ ਦੇ ਵਿੱਚ ਵੀ ਪ੍ਰਚਾਰ ਕਰਾਉਣਾ ਚਾਹੀਦਾ ਵੇਦਾਂ ਦਾ, ਜਨਤਾ ਨੂੰ ਕੁਝ ਧਰਮ ਦਾ ਗਿਆਨ ਵੀ ਹੋਵੇ। ਇਹ ਨਹੀਂ ਪਤਾ ਵੀ ਉਹ ਸਾਡੇ ਭਜਾਏ ਹੋਏ ਨੇ ਉਹੀ ਨਾ, ਬਸ ਉਹ ਤਾਂ ਇੱਕ ਵੇਦੀ ਹੈ, ਵੇਦਾਂ ਦੇ ਗਿਆਤਾ। ਉਸ ਲਾਹੌਰ ਦੇ ਰਾਜੇ ਨੇ, ਸੋਢੀ ਨੇ ਉਸ ਨੂੰ ਬੇਨਤੀ ਕੀਤੀ, ਬਈ ਏਦਾਂ ਕਰੋ, ਸਾਡੇ ਇਲਾਕੇ ਵਿੱਚ ਵੀ ਪ੍ਰਚਾਰ ਕਰੋ, ਸਾਡੇ ਇਲਾਕੇ ਵਿੱਚ ਸਮਾਗਮ ਰਚੋ, ਵੇਦਾਂ ਦੀ ਕਥਾ ਕਰੋ। ਉਹ ਕਹਿਣ ਲੱਗੇ ਕਰ ਲੈਂਦੇ ਆ। ਉਹਨਾਂ ਬੇਦੀਆਂ ਨੇ 3 ਵੇਦਾਂ ਦੀ ਕਥਾ ਸੁਣਾਈ ਆ ਕੇ। ਜੋ 3 ਵੇਦਾਂ ਦੀ ਕਥਾ ਸੁਣਾਈ ਤੇ ਮੌਕੇ ਦਾ ਸੋਢੀ ਰਾਜਾ ਬੜਾ ਖੁਸ਼ ਹੋਇਆ। ਉਹ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਖੁਸ਼ੀ ਦੇ ਵਿੱਚ ਆ ਕੇ ਨਾ ਆਪਣਾ ਰਾਜ ਦਿੰਦਾ, ਤੁਸੀਂ ਰਾਜ ਕਰੋ। ਬੇਦੀ ਕਹਿਣ ਲੱਗੇ ਸਾਨੂੰ ਰਾਜ ਕਰਨ ਦੀ ਕੋਈ ਲੋੜ ਨਹੀਂ ਭਰਾਵਾ, ਅਸੀਂ ਤਾਂ ਵੇਦਾਂ ਦਾ ਪ੍ਰਚਾਰ ਕਰਨਾ। ਸੋਢੀ ਰਾਜਾ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਖੁਸ਼ੀ ਵਿੱਚ ਆ ਕੇ ਭੇਟਾਂ ਵਿੱਚ ਦਿੰਦਾ ਰਾਜ। ਪਹਿਲਾਂ ਤਾਂ ਬੇਦੀਆਂ ਨੇ ਜਵਾਬ ਦੇਤਾ, ਪਰ ਜਦੋਂ ਰਾਜਾ ਤਿਆਰ ਹੀ ਹੋ ਗਿਆ ਕਿ ਮੈਂ ਤੁਹਾਨੂੰ ਦੇਣਾ ਹੀ ਦੇਣਾ, ਤੁਸੀਂ ਰਾਜ ਕਰੋ, ਤੁਹਾਡੇ ਕੋਲੋਂ ਵੇਦਾਂ ਦੀ ਕਥਾ ਸੁਣ ਕੇ ਮੈਨੂੰ ਗਿਆਨ ਹੋਇਆ ਕਿ ਬੰਦੇ ਨੂੰ ਭਜਨ ਬੰਦਗੀ ਵੀ ਕਰਨੀ ਚਾਹੀਦੀ ਹੈ। ਮੈਂ ਚੱਲਿਆ ਤਪੱਸਿਆ ਕਰਨ। ਹੁਣ ਕਹੋ ਸਤਨਾਮ। ਤੋ ਸੋਢੀ ਰਾਜੇ ਜਿਹੜੇ ਸਨ, ਇਹਨਾਂ ਨੂੰ ਰਾਜ ਦੇ ਕੇ ਬੇਦੀਆਂ ਨੂੰ ਤਪੱਸਿਆ ਕਰਨ ਜਾਂਦੀ ਆ। ਉਸ ਤੋਂ ਪਹਿਲਾਂ ਇਹ ਬੇਦੀ ਕਹਿੰਦੀ ਆ ਤੁਸੀਂ 3 ਵੇਦਾਂ ਦੀ ਕਥਾ ਸੁਣੀ ਆ ਤੇ ਤੁਹਾਨੂੰ ਗਿਆਨ ਹੋਇਆ, ਅਸੀਂ 3 ਕੁਲਾਂ ਬੇਦੀ ਰੂਪ 'ਚ ਰਾਜ ਕਰਾਂਗੇ ਤੇ ਚੌਥੇ ਫਿਰ ਸੋਢੀ ਰੂਪ 'ਚ ਤੁਹਾਨੂੰ ਤੁਹਾਡਾ ਵਾਪਸ ਦੇ ਦਿਆਂਗੇ। ਇਸ ਗੱਲ ਤੇ ਸਹਿਮਤ ਹੋ? ਕਹਿੰਦੇ ਠੀਕ ਆ, ਤੁਸੀਂ 3 ਕੁਲਾਂ ਦਾ ਕਰੋ ਨਾ, ਫਿਰ ਦੇਖਾਂਗੇ। ਤਾਂ ਫਿਰ ਕੀ ਹੋਇਆ ਗੁਰੂ ਪਿਆਰਿਓ, ਉਹ ਜਿਹੜੇ ਬੇਦੀ ਸਨ ਇੱਥੇ ਰਾਜ ਕਰਨਾ ਸ਼ੁਰੂ ਕੀਤਾ। ਸੋਢੀਆਂ ਨੇ ਖੁਸ਼ੀ ਵਿੱਚ ਆ ਕੇ ਰਾਜ ਦੇ ਦਿੱਤਾ। ਉਹਨਾਂ ਬੇਦੀਆਂ ਦੇ ਵਿੱਚ ਅੱਗੇ ਰਾਜ ਚੱਲਦਾ ਰਿਹਾ। ਤਾਂ ਉਹਨਾਂ ਦੇ ਵਿੱਚ ਹੀ ਅੱਗੇ ਜਾ ਕੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਾਦਾ ਆਉਂਦਾ ਹੈ ਬਨਾਰਸੀ ਦਾਸ। ਬਨਾਰਸੀ ਦਾਸ ਇਹਨਾਂ ਬੇਦੀਆਂ ਦੇ ਵਿੱਚੋਂ ਹੈ। ਹੁਣ ਅੱਗੇ ਜਾ ਕੇ ਜਿਹੜਾ ਰਾਜ ਸੀਗਾ ਉਹ ਪੁਰਾਣੇ ਰਾਜਿਆਂ ਵਾਲਾ ਉਹ ਤਾਂ ਖਤਮ ਹੋ ਗਿਆ ਹੌਲੀ ਹੌਲੀ, ਪਰ ਮਤਲਬ ਉਹਨਾਂ ਦੇ ਨਾਲ ਬੇਦੀ ਜੁੜਿਆ ਹੋਇਆ ਸੀ ਸ਼ਬਦ। ਤੇ ਸੋਢੀਆਂ ਨਾਲ ਗੱਲ ਕੀਤੀ ਸੀ ਵੀ ਧਰਮ ਦਾ ਰਾਜ ਤੁਹਾਨੂੰ ਅਸੀਂ ਵਾਪਸ ਮੋੜਾਂਗੇ, ਚੌਥੀ ਕੁੱਲ 'ਚ 3 ਕੁੱਲਾਂ ਅਸੀਂ ਰਾਜ ਕਰਾਂਗੇ। ਹੁਣ ਉਸ ਬੇਦੀ ਕੁੱਲ ਦੇ ਵਿੱਚ 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਗੁਰੂ ਨਾਨਕ ਦੇਵ ਜੀ ਆ ਗਏ। ਹੁਣ ਗੁਰੂ ਨਾਨਕ ਦੇਵ ਜੀ ਨੇ ਅੱਗੇ ਆਪਣੀ ਜੋਤ ਰੱਖੀ ਆ ਗੁਰੂ ਅੰਗਦ ਦੇਵ ਜੀ, ਉਹ ਵੀ ਉਹਨਾਂ ਦੇ ਰੂਪ ਹੋ ਗਏ। ਚਾਹੇ ਉਹਨਾਂ ਦੀ 3 ਕੁੱਲ ਹੈ, ਇਹਨਾਂ ਦੀ ਕੁੱਲ ਬੇਦੀ ਸੀ, ਪਰ ਇਹ ਨਾਨਕ ਹੀ ਹੋ ਗਏ ਦੂਜੇ ਨਾਨਕ ਤੋਂ ਫਿਰ ਤੀਜੇ ਨਾਨਕ ਸਤਿਗੁਰੂ ਅਮਰਦਾਸ ਜੀ ਹੋ ਗਏ। ਉਹਨਾਂ ਦੀ ਭੱਲੇ ਕੁੱਲ ਹੈ। ਹੁਣ ਅਮਰਦਾਸ ਜੀ ਦਾ ਚੌਥਾ ਉਸ ਆਪਣਾ ਸੇਵਕ ਹੈ ਉਹਨਾਂ ਦਾ, ਉਹ ਹੈ ਗੁਰੂ ਰਾਮਦਾਸ।
ਇਹ ਲਾਹੌਰ ਵਾਲੇ ਸੋਢੀਆਂ ਦਾ ਪੁੱਤਰ ਕਹੋ ਸਤਨਾਮ ਸੀ। ਹੁਣ ਸੋਢੀਆਂ ਨੂੰ ਵਾਪਸ ਦੇਣਾ ਸੀ ਰਾਜ, ਉਹ ਰਾਮ ਰਾਜ ਜਿਹੜਾ ਰਾਮ ਪਰਮੇਸ਼ਰ ਦਾ ਰਾਜ ਪਿੱਛੋਂ ਚੱਲਦਾ ਆ ਰਿਹਾ ਬੇਦੀਆਂ ਕੋਲੋਂ, ਹੁਣ ਜਾ ਕੇ ਸੋਢੀਆਂ ਕੋਲੇ ਜਾਣਾ ਹੈ। ਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਉਸ ਸਮੇਂ ਦੀ ਕਹਾਣੀ ਨੂੰ, ਦਿੱਤਾ ਲਈਏ ਆਪਣਾ ਅਨ ਦਿੱਤਾ ਕਿਛ ਹੱਥ ਨ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਹੁਣ ਕੀ ਹੋਇਆ, ਬੇਦੀ ਰਾਜ ਕਰਦੇ ਰਹੇ 3 ਕੁੱਲਾਂ ਤੱਕ। ਇਹ 3 ਕੁੱਲਾਂ ਹਨ ਬਾਬੇ ਨਾਨਕ ਦੀ ਗੱਦੀ ਦੀਆਂ, 3 ਕੁੱਲਾਂ ਦੇ ਵਿੱਚ ਰਾਜ ਕੀਤਾ। ਹੁਣ ਚੌਥੀ ਕੁੱਲ ਦੇ ਵਿੱਚ ਇਹ 1000 ਕਿੱਲਾ ਜ਼ਮੀਨ ਬਾਦਸ਼ਾਹ ਅਕਬਰ ਭੇਟ ਕਰ ਗਿਆ ਬੀਬੀ ਭਾਨੀ ਨੂੰ। ਤੇ ਇਧਰ ਗੁਰੂ ਪਿਆਰਿਓ ਚੌਥੇ ਪਾਤਸ਼ਾਹ ਰਾਮਦਾਸ ਜੀ ਜੇਠੇ ਦੇ ਰੂਪ ਦੇ ਵਿੱਚ ਆਉਂਦੇ ਆ ਗੋਇੰਦਵਾਲ ਸਾਹਿਬ, ਔਰ ਜੇਠੇ ਦੇ ਰੂਪ ਵਿੱਚ ਆ ਕੇ ਆਏ ਤਾਂ ਘੁੰਗਣੀਆਂ ਵੇਚਣ ਸੀਗੇ ਰੋਜੀ ਰਿਜ਼ਕ ਵਾਸਤੇ, ਪਰ ਇੱਥੇ ਸੇਵਾ ਵੇਖ ਕੇ ਸੇਵਾ ਚ ਲੱਗ ਗਏ। ਬੜੀ ਚੰਗੀ ਸੇਵਾ ਕਰਦੇ ਆ, ਪੂਰੀ ਜ਼ਿੰਮੇਵਾਰੀ ਗੁਰੂ ਘਰ ਦੀ ਸੰਭਾਲ ਲਈ ਹੈ। ਬੌਲੀ ਸਾਹਿਬ ਬਣਦਾ ਹੈ, ਮਿਸਤਰੀਆਂ ਦਾ ਖਿਆਲ ਰੱਖਦੇ ਆ, ਆਥਣੇ ਸਾਰੇ ਟੋਕਰੇ ਬੱਠਲ ਕਈਆਂ ਸਭ ਸੰਭਾਲਦੇ ਆ, ਤੜਕੇ ਸਭ ਤੋਂ ਪਹਿਲਾਂ ਤਿਆਰੀ ਕਰਦੇ ਆ। ਗੁਰੂ ਅਮਰਦਾਸ ਜੀ ਦੇ ਮਨ ਨੂੰ ਭਾ ਗਏ। ਸਮਾਂ ਚੱਲਦਾ ਰਿਹਾ। ਗੁਰੂ ਅਮਰਦਾਸ ਜੀ ਮਹਾਰਾਜ ਦੀ ਸੁਪਤਨੀ ਇੱਕ ਦਿਨ ਬੌਲੀ ਸਾਹਿਬ ਤੇ ਆਏ ਆ, ਪਾਤਸ਼ਾਹ ਬੈਠੇ ਆਪਣੇ ਮੰਜੇ ਤੇ ਕੁਰਸੀ ਤੇ ਬੈਠੇ ਆ, ਸੇਵਾ ਚੱਲ ਰਹੀ ਆ। ਮਾਤਾ ਕਹਿਣ ਲੱਗੀ, ਮਹਾਰਾਜ ਆਪਣੀ ਲੜਕੀ ਭਾਨੀ ਵਿਆਹੁਣ ਯੋਗ ਹੋ ਗਈ, ਕੋਈ ਵਰ ਦੇਖੋ। ਤੇ ਬੈਠੇ ਬੈਠੇ ਪਾਤਸ਼ਾਹ ਪੁੱਛਣ ਲੱਗੇ ਵੀ ਭਗਵਾਨ ਨੇ ਕਿਹੋ ਜਿਹਾ ਬੱਚਾ ਚਾਹੀਦਾ ਆਪਣੀ ਲੜਕੀ ਵਾਸਤੇ। ਸਾਹਮਣੇ ਜੇਠਾ ਜੀ ਆ ਗਏ, ਖਾਲੀ ਟੋਕਰੀ ਚੱਕੀ ਆਉਂਦੀ ਹੈ ਸਿੱਟ ਕੇ ਮਿੱਟੀ ਦੀ। ਮਾਤਾ ਜੀ ਦੀ ਨਿਗਾਹ ਪਈ, ਕਹਿੰਦੀ ਕੋਈ ਇਹੋ ਜਿਹਾ ਬੱਚਾ ਹੋਵੇ ਤਾਂ ਠੀਕ ਆ। ਕਹਿੰਦੇ ਇਹੋ ਜਿਹਾ ਤਾਂ ਇਹੋ ਹੀ ਹੈ, ਇਹੀ ਤਾਂ ਚਾਹੀਦਾ ਆਪਾਂ ਨੂੰ। ਗੋ ਸਤਰ ਕੋਲੇ ਆ, ਕੋਈ ਪੁੱਛ ਗਿੱਛ ਨਹੀਂ ਕੀਤੀ, ਕੋਲੇ ਸੱਦ ਲਿਆ। ਪੁੱਤ ਕਿੱਥੋਂ ਆਇਆ? ਮਹਾਰਾਜ ਜੀ ਪਿੱਛਾ ਤਾਂ ਮੇਰਾ ਲਾਹੌਰ ਦਾ। ਅੱਛਾ, ਤੇ ਮੈਂ ਹਰੀਦਾਸ ਸੋਢੀਆਂ ਦਾ ਮੁੰਡਾ, ਨਾਨਕੇ ਮੇਰੇ ਬਾਸਰ ਕੇ ਆ, ਨਾਨੀ ਕੋਲੇ ਪਲਿਆ, ਮਾਤਾ ਪਿਤਾ ਹੈ ਨਹੀਂ। ਵਾਹ ਠੀਕ ਹੈ ਪੁੱਤਰਾ, ਤੇਰਾ ਵਿਆਹ ਕਰਦੇ ਆ। ਉੱਥੋਂ ਗੁਰੂ ਅਮਰਦਾਸ ਜੀ ਨੇ ਵਿਆਹ ਕੀਤਾ ਰਾਮਦਾਸ ਪਾਤਸ਼ਾਹ ਬੱਚੀ ਭਾਨੀ ਦੇ ਨਾਲ। ਔਰ ਉਸ ਤੋਂ ਬਾਅਦ ਜਦੋਂ ਸਮਾਂ ਆਇਆ ਗੱਦੀ ਦੇਣ ਦਾ, ਗੁਰੂ ਅਮਰਦਾਸ ਜੀ ਕਹਿੰਦੇ ਜਾ ਪੁੱਤਰਾ, ਤੇਰਾ ਇਲਾਕਾ ਉਹ ਹੈ ਜਿਹੜਾ ਬੀਬੀ ਭਾਨੀ ਨੂੰ ਪਟੇ ਰੂਪ ਦੇ ਵਿੱਚ 1000 ਕਿੱਲਾ ਜ਼ਮੀਨ ਪਟਾ ਲਿਖ ਕੇ ਦੇ ਗਿਆ ਅਕਬਰ ਬੱਚੀ ਨੂੰ ਗਿਫਟ ਰੂਪ ਚ। ਜਿਹੋ ਜਿਹਾ ਕਿਸੇ ਦੀ ਜੇਬ ਕੰਮ ਕਰਦੀ ਉਹੋ ਜਿਹਾ ਗਿਫਟ ਹੁੰਦਾ। ਰਾਜਿਆਂ ਦੇ ਗਿਫਟ ਵੱਡੇ ਹੀ ਹੁੰਦੇ ਆ। ਅਕਬਰ ਨੇ ਪੁੱਛਿਆ ਸੀ, ਮਹਾਰਾਜ ਮੈਂ ਲੰਗਰ ਵਿੱਚ ਆਪਣਾ ਹਿੱਸਾ ਪਾ ਸਕਦਾ? ਮੇਰੇ ਖਜ਼ਾਨੇ ਚੋਂ ਲੰਗਰ ਚਲਾ ਦਿਆ ਕਰੋ। ਬਾਦਸ਼ਾਹ ਕਹਿੰਦੇ ਬਿਲਕੁਲ ਨਹੀਂ, ਇਹ ਲੰਗਰ ਨੂੰ ਸੰਗਤ ਹੀ ਚਲਾ ਸਕਦੀ ਹੈ, ਰਾਜਾ ਤਾਂ ਕਦੇ ਵੀ ਮੁੱਕਰ ਸਕਦਾ। ਫਿਰ ਬੇਨਤੀਆਂ ਕੀਤੀਆਂ, ਬੜਾ ਖੁਸ਼ ਹੋਇਆ ਸੀਗਾ ਪਾਤਸ਼ਾਹ ਜੀ ਦੇ ਕਾਰਜ ਦੇਖ ਕੇ। ਸਾਹਮਣੇ ਬੀਬੀ ਭਾਨੀ ਆ ਗਏ, ਖੇਡਦੇ ਖੇਡਦੇ, ਛੋਟੀ ਉਮਰ 'ਚ ਬੱਚੀ ਆ। ਕਹਿੰਦੇ ਫਿਰ ਮੈਂ ਬੱਚੇ ਨੂੰ ਪਿਆਰ ਤਾਂ ਦੇ ਸਕਦਾ, ਇਸ ਵੇਲੇ ਲੋਕੋਗੇ ਹੁਣ, ਕਹਿੰਦੇ ਯਾਰ ਦੇ ਦੇ ਜੋ ਦੇਣਾ। ਫਿਰ ਇਹਨੇ ਪਟਾ ਲਿਖ ਦਿੱਤਾ 1000 ਕਿੱਲਾ ਜ਼ਮੀਨ ਦਾ, ਇਹ ਜਿੱਥੇ ਹਰਮੰਦਰ ਸਾਹਿਬ ਵਸਿਆ, ਜਿੱਥੇ ਅੰਮ੍ਰਿਤਸਰ ਵਸਿਆ। ਕੋਈ ਸਤਨਾਮ ਸੋਢੀਆਂ ਦਾ ਸੀਗਾ, ਸੋਢੀਆਂ ਨੇ ਬੇਦੀਆਂ ਨੂੰ ਦਿੱਤਾ ਸੀਗਾ, ਬੇਦੀਆਂ ਨੇ ਵਾਪਸ ਸੋਢੀਆਂ ਨੂੰ ਮੋੜ ਦਿੱਤਾ। ਕੋਈ ਰਾਮ ਰਾਜ ਰਾਮਦਾਸਪੁਰ ਕੀਨੋ ਗੁਰਦੇ। ਤੇ ਇਸ ਤਰ੍ਹਾਂ ਇਹ 2 ਬੇਦੀ ਸੋਢੀ ਕੁੱਲਾਂ ਬਣ ਗਈਆਂ। ਪਿੱਛੋਂ ਇਹ ਸੀਗੇ ਸੂਰਜ ਅਤੇ ਚੰਦਰ ਕੌਮ। ਅੱਗੇ ਚੱਲੀਏ ਆਪਾਂ। ਉਸ ਬੇਦੀ ਕੁੱਲ ਦੇ ਵਿੱਚ ਧਨੁਧਾਰੀ ਸ਼ਸਤਰਧਾਰੀ ਵੀ ਵਸਦੇ ਆ। ਇਸ ਬੇਦੀ ਕੁੱਲ ਦੇ ਵਿੱਚ ਵੇਦਾਂ ਦੇ ਗਿਆਤਾ ਵੀ ਵਸਦੇ ਹਨ। ਤੁੰਡ ਕਾਲਕਾ ਪਾਵਕ ਕੁੰਡਾ, ਯਗ ਥੰਮ ਸੇ ਸ਼ੋਭਤ ਝੰਡਾ। ਔਰ ਇਸ ਇਲਾਕੇ ਦੇ ਵਿੱਚ ਵਿਦਿਆ ਦਾ ਸੁਧਾਰ ਕੀਤਾ ਸੀ। ਮੋਹ ਕਾਲਕਾ, ਅਗਨੀ ਕੁੰਡ ਅਤੇ ਜਗ ਥੰਮ ਨਾਲ ਚੰਗਾ ਸ਼ੋਭਤ ਹੋ ਰਿਹਾ। ਭਾਵ ਇੱਥੇ ਵੇਦਾਂ ਦਾ ਪ੍ਰਚਾਰ ਹੋਇਆ ਸੀਗਾ। ਉੱਥੇ ਉਹ ਪੁਰਾਣੇ ਜਿਹੜੇ ਉਹਨਾਂ ਦੇ ਬਣਾਏ ਹੋਏ ਕੁੰਡ ਆਦਿ ਸੀਗੇ, ਉਹ ਵੀ ਸੀਗੇ। ਥੋੜੀ ਪਰਾਂ ਨੂੰ ਜਾਈਏ ਤੇ ਵਾਲਮੀਕ ਦਾ ਸਥਾਨ ਹੈ, ਜਿੱਥੇ ਉਹਨੇ ਰਾਮਚੰਦਰ ਦੇ 2 ਪੁੱਤਰ ਰੱਖੇ ਹੋਏ ਸਨ। ਕੋਈ ਸਤਨਾਮ, ਜਿਨ੍ਹਾਂ ਦੀ ਪਾਲਣਾ ਪੋਸ਼ਣਾ ਸੰਭਾਲ ਕੀਤੀ ਸੀ। ਵਾਲਮੀਕ ਦਾ ਆਸ਼ਰਮ ਪਰੇ। ਭਾਵ ਇਹ ਇਲਾਕਾ ਜਿਹੜਾ ਇਹ ਸਰਯੁਗ ਦਾ ਇਲਾਕਾ ਹੈ, ਕੋਈ ਅੱਜ ਦਾ ਨਹੀਂਗਾ। ਪਹਿਲਾ ਰਾਜਾ ਕਿ ਇਕਸ਼ਵਾਕੂ ਰਾਜਾ ਹੋਇਆ। ਇਕਸ਼ਵਾਕੂ ਰਾਜੇ ਨੇ ਗੁਰੂ ਪਿਆਰਿਓ ਆਪਣੀ ਜਨਤਾ ਦਾ ਭਲਾ ਸੋਚਦੇ। ਅੱਜ ਕੱਲ੍ਹ ਜਿਹੜਾ ਮੰਤਰੀ ਆਪ ਦਾ ਭਲਾ ਸੋਚਦੇ ਆ,
अजकल जनता ਨੂੰ बहुत घट पुछते हैं। ਪਹਿਲਾਂ वाले राजे अपना सब कुछ ला के भी जनता का सुख भालते सी। इक्ष्वाकु राजे ने इस इलाके ਦੇ ਵਿੱਚ गुरु प्यारो ऋषि इकट्ठे करके अपने समय ਦੇ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਬੈਠ ਕੇ जाप करो, तपस्या करो, भजन करो, परमेश्वर ਨੂੰ खुश करो। ਤਾਂ बहुत सारे ऋषियां मुनियां ਦੀਆਂ ਡਿਊਟੀਆਂ ਲਾਤੀਆਂ। ਜਿੱਥੇ ਹਰਮੰਦਰ ਸਾਹਿਬ ਹੈ, ਜਿੱਥੇ ਸਾਰਾ ਇਲਾਕਾ ਇਹ ਜੰਗਲ ਸੀਗਾ, ਜੰਗਲ ਦੇ ਵਿੱਚ ਇਹ ਰਚਨਾ ਰਚੀ ਸੀ ਰਾਜੇ ਨੇ। ਔਰ ਉੱਥੇ ਬਹੁਤ ਸਾਰਾ ਗੁਰੂ ਪਿਆਰਿਓ ਫਿਰ ਧਰਮ ਦਾ ਪ੍ਰਚਾਰ ਹੋਇਆ, ਵੇਦਾਂ ਦਾ ਤਪ ਆਦि ਹੋਏ, ਬਹੁਤ ਸਾਰੇ ਹਵਨ ਹੋਏ। ਉਹ ਸਾਰੀ ਚੀਜ਼ਾਂ ਉੱਥੇ ਬਣੀਆਂ ਹੋਈਆਂ ਸਨ ਨਨਕਾਣਾ ਸਾਹਿਬ ਦੇ ਇਲਾਕੇ 'ਚ। ਕਹਿੰਦੇ ਇਹ ਸਾਰਾ ਇਲਾਕਾ ਨੇੜੇ ਹੀ ਪੈਂਦਾ ਨਾ, ਕਿਉਂਕਿ ਕੇਵਲ ਇੱਥੇ ਨਹੀਂ ਸੀਗਾ ਪਰ ਇਹ ਨੇੜੇ ਹੀ ਨਨਕਾਣਾ ਸਾਹਿਬ ਹੈ। ਇਹ ਸਾਰਾ ਇਲਾਕਾ ਤਪਸਵੀ ਜਗ੍ਹਾ ਸੀ। ਜਦੋਂ ਇਹ ਕਾਰਜ ਹੋਏ ਤੇ ਪਰਮੇਸ਼ਰ ਖੁਸ਼ ਹੋਇਆ ਤੇ ਰਾਜੇ ਇਕਸ਼ਵਾਕੂ ਨੂੰ ਮਿਲਿਆ। ਕਹਿਣ ਲੱਗਿਆ ਰਾਜਾ ਸਾਹਿਬ ਦੱਸੋ ਕੀ ਚਾਹੀਦਾ। ਤੁਸੀਂ ਮੇਰੇ ਨਾਮ ਦੇ ਬਾਰੇ ਦੁਨੀਆ ਨਾਲ ਗੱਲ ਕੀਤੀ, ਪ੍ਰਚਾਰ ਕੀਤਾ, ਤਪੱਸਿਆ ਕਰਾਈ, ਇੱਥੇ ਰਿਸ਼ੀ ਮੁਨੀ ਬਿਠਾ ਕੇ ਉਹਨਾਂ ਦੀ ਸੇਵਾ ਕੀਤੀ। ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਤੇ ਰਾਜਾ ਇਕਸ਼ਵਾਕੂ ਕਹਿਣ ਲੱਗਿਆ ਜੀ ਮੈਂ ਕੁਝ ਨਹੀਂ ਲੈਣਾ। ਫਿਰ ਵੀ ਕੁਛ ਤਾਂ ਦੱਸ। ਕਹਿੰਦੇ ਮੈਂ ਇੱਕ ਬੇਨਤੀ ਕਰਦਾ ਵੀ ਆਹ ਜਿਹੜੀ ਜਗ੍ਹਾ ਜਿੱਥੇ ਤਪੱਸਿਆ ਹੋਈ ਹੈ ਇੱਥੇ ਹਮੇਸ਼ਾ ਤਪੱਸਿਆ ਭਜਨ ਬੰਦਗੀ ਚੱਲਦੀ ਰਹੇ। ਤਾਂ ਅਕਾਲ ਪੁਰਖ ਕਹਿਣ ਲੱਗੇ ਠੀਕ ਹੈ। ਉਦੋਂ ਸਤਿਯੁਗ ਦਾ ਸਮਾਂ ਸੀ ਜਦੋਂ ਇਹ ਗੱਲ ਹੋਈ ਹੈ। ਪਰਮੇਸ਼ਰ ਕਹਿੰਦੇ ਠੀਕ ਹੈ ਪਰ ਇੱਕ ਵਾਰੀ ਇਹ ਅਲੋਪ ਹੋ ਜੂਗੀ, ਫਿਰ ਕਲਯੁਗ ਦੇ ਵਿੱਚ ਜਾ ਕੇ ਮੈਂ ਇਹਨੂੰ ਪ੍ਰਗਟ ਕਰੂੰਗਾ। ਫਿਰ ਗੁਰੂ ਅਮਰਦਾਸ ਜੀ ਨੇ ਜਗ੍ਹਾ ਪ੍ਰਗਟ ਕੀਤੀ। ਕਹੋ ਸਤਿਨਾਮ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਉਆ ਹੰਸ ਹੋ ਹੈ। ਤਾਂ ਇਹਦੇ ਬਾਰੇ ਪਾਠਸ਼ਾਲੇ ਬਾਣੀ ਵਿੱਚ ਪਹਿਲਾਂ ਲਿਖਿਆ। ਗੁਰੂ ਅਮਰਦਾਸ ਜੀ ਨੇ ਬਾਣੀ ਉਚਾਰੀ ਆ। ਰਾਮਦਾਸ ਜੀ ਨੂੰ ਹੁਕਮ ਦਿੱਤਾ ਪੁੱਤਰ ਤੇਰਾ ਉਹ ਇਲਾਕਾ ਹੈ, ਤੁਸੀਂ ਉੱਥੇ ਜਾ ਕੇ ਆਪਣੇ ਮਕਾਨ ਬਣਾਓ, ਘਰ ਬਣਾਓ, ਉੱਥੇ ਬਸੋ, ਉੱਥੇ ਸਿੱਖੀ ਦਾ ਪ੍ਰਚਾਰ ਕਰੋ, ਉੱਥੇ ਇੱਕ ਅੰਮ੍ਰਿਤ ਦਾ ਸੋਮਾ ਹੈ ਉਹਨੂੰ ਲੱਭਣਾ ਕਰੋ। ਤਾਂ ਗੁਰੂ ਰਾਮਦਾਸ ਪਾਤਸ਼ਾਹ ਉੱਥੇ ਗਏ। ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਹੈ ਜਿਹੜਾ, ਇੱਥੇ ਪਾਤਸ਼ਾਹ ਨੇ ਰਿਹਾਇਸ਼ਾਂ ਬਣਾਈਆਂ ਆਪਣੇ ਲਈ ਪਹਿਲਾਂ। ਫਿਰ ਉਹਨਾਂ ਨੇ ਉਹ ਸਰੋਵਰ ਲੱਭਣਾ ਸ਼ੁਰੂ ਕੀਤਾ ਵੀ ਜਲ ਕਿੱਥੇ ਹੋਵੇਗਾ, ਉਹ ਜਲ ਕਿੱਥੇ ਆ ਜਿਸ ਅਮਰ ਦੀ ਗੱਲ ਕਰਦੇ ਆ। ਤਾਂ ਇਹਨਾਂ ਨੇ ਪਾਤਸ਼ਾਹ ਤੀਜੇ ਪਾਤਸ਼ਾਹ ਦੱਸੇ ਮੁਤਾਬਕ ਵੱਲਾ, ਡੱਲਾ ਤੇ ਇੱਕ ਪਿੰਡ ਹੋਰ ਹੈ, ਇਹਨਾਂ ਤਿੰਨਾਂ ਦਾ ਸੈਂਟਰ ਦੱਸਿਆ ਸੀਗਾ। ਉਹ ਸੈਂਟਰ ਜਾਂ ਦੇਖ ਕੇ ਇਹਨਾਂ ਨੇ ਪਟਾਈ ਸ਼ੁਰੂ ਕਰਾਤੀ। ਜਦੋਂ ਪਟਾਈ ਸ਼ੁਰੂ ਹੋਈ ਇਹਨਾਂ ਕੋਲ ਹੁਣ ਸਮਾਂ ਥੋੜਾ ਸੀਗਾ ਉਮਰ ਦਾ, ਤਾਂ ਇਹਨਾਂ ਨੂੰ ਵਾਪਸ ਬੁਲਾ ਲਿਆ। ਉਸ ਤੋਂ ਬਾਅਦ ਜਿੱਥੇ ਪਟਾਈ ਹੋਈ ਸੀ ਸਰੋਵਰ ਦੀ, ਮੀਂਹਾਂ ਨਾਲ ਮਿੱਟੀ ਉਹ 'ਚ ਵਾਪਸ ਪੈ ਗਈ ਤੇ ਉੱਥੇ ਇੱਕ ਛਪੜੀ ਬਣ ਗਈ। ਇਧਰ ਪੱਟੀ ਦਾ ਰਾਜਾ ਦੁਨੀ ਚੰਦ ਕਿਸੇ ਕਾਰਨ ਹੰਕਾਰ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਆਪਣੀ ਲੜਕੀ ਰਜਨੀ ਨੂੰ ਕੋਹੜੀ ਨਾਲ ਵਿਆਹ ਦਿੰਦਾ। ਰਜਨੀ ਵੀ ਪਰਮੇਸ਼ਰ ਦੇ ਭਰੋਸੇ ਵਾਲੀ ਪਿਤਾ ਦਾ ਦਿੱਤਾ ਪਤੀ ਲੈ ਕੇ ਤੁਰ ਪਈ ਆ। ਪਿੰਡਾਂ 'ਚੋਂ ਮੰਗ ਕੇ ਖਾਉਂਦੀ ਖਵਾਉਂਦੀ ਉਸ ਛਪੜੀ ਤੇ ਪਹੁੰਚ ਜਾਂਦੀ ਆ। ਉਸ ਆਪਣੇ ਕੋਲੀ ਨੂੰ ਉੱਥੇ ਬਿਠਾ ਦਿੰਦੇ ਕਿਉਂਕਿ ਮੱਖੀਆਂ ਭਿਣਕਦੀਆਂ ਸੀਗੀਆਂ, ਪਿੰਡਾਂ ਵਿੱਚ ਲੈ ਕੇ ਨਹੀਂ ਸੀ ਜਾਂਦੀ। ਪਿੰਡਾਂ ਵਾਲੇ ਉਸ ਤੋਂ ਨਫ਼ਰਤ ਮੰਨਦੇ ਸੀ, ਇਸ ਕਰਕੇ ਉਹਨੂੰ ਕਿਤੇ ਬਾਹਰ ਪਾਣੀ ਦੇ ਕਿਨਾਰੇ ਬਿਠਾ ਜਾਂਦੀ ਤੇ ਫਿਰ ਜਾ ਕੇ ਉਹ ਮੰਗ ਕੇ ਲਿਆਉਂਦੀ, ਫਿਰ ਦੋਨੇ ਖਾਂਦੇ। ਉਹ ਛਪੜੀ ਦੇ ਕੋਲੇ ਬਿਠਾ ਕੇ ਚਲੀ ਗਈ ਆ ਤੇ ਜਦ ਮੰਗ ਕੇ ਵਾਪਸ ਆਈ ਰੋਟੀ ਲੈ ਕੇ, ਕੀ ਵੇਖਦੀ ਆ ਕਿ ਜਿੱਥੇ ਮੇਰਾ ਪਤੀ ਖਾਰੀ ਦੇ ਵਿੱਚ ਬੈਠਾ ਸੀ ਉਹਨੇ ਟੋਕਰੀ ਖਾਰੀ ਮੋਢੀ ਮਾਰੀ ਆ ਤੇ ਨੌਜਵਾਨ ਬੈਠਾ ਹੈ। ਬੀਬੀ ਲੜ ਪਈ ਆ ਕੇ, ਕਹਿੰਦੀ ਮੇਰਾ ਪਤੀ ਕਿੱਥੇ ਆ? ਉਹ ਕਹਿੰਦਾ ਮੈਂ ਹੀ ਆ। ਉਹ ਕਹਿੰਦੀ ਤਾਂ ਕੋਹੜੀ ਸੀਗਾ। ਅੰਮ੍ਰਿਤ ਵਿੱਚ ਇਹ ਤਾਕਤ ਹੈ, ਇਹ ਜ਼ਖਮਾਂ ਨੂੰ ਬੜੀ ਜਲਦੀ ਰਾਜੀ ਕਰਦਾ ਹੈ ਜੇ ਕਿਤੇ ਅੰਮ੍ਰਿਤ ਲੱਭ ਜੇ। ਕਹੋ ਸਤਿਨਾਮ। ਜ਼ਖਮ ਬੜੀ ਛੇਤੀ ਠੀਕ ਹੁੰਦੇ, ਬੜੀਆਂ ਤਾਕਤ ਹੈ ਅੰਮ੍ਰਿਤ ਵਿੱਚ। ਵੈਸੇ ਉਹ ਕਹਿਣ ਲੱਗਿਆ ਛਪੜੀ ਦੇ ਵਿੱਚ ਕੋਈ ਕਲਾ ਹੈ। ਮੈਂ ਵੇਖਿਆ ਇਹਦੇ ਵਿੱਚੋਂ ਕਾਲੇ ਕਾਂ ਚੁੱਭੀ ਲਾ ਕੇ ਉੱਡ ਕੇ ਚਿੱਟੇ ਹੁੰਦੇ ਵੇਖੇ ਤੇ ਮੈਂ ਵੇਖਿਆ ਕੋਈ ਕਲਾ ਹੈ ਤੇ ਮੈਂ ਜਿਹੜਾ ਹੈ ਇਸ ਦੇ ਵਿੱਚ ਚੁੱਭੀ ਲਾਤੀ। ਮੈਂ 9 ਬਣਾਉਗੇ ਕਹਿੰਦੀ ਐ ਹੋ ਹੀ ਨਹੀਂ ਸਕਦਾ। ਇਹ ਕਿਵੇਂ ਹੋ ਸਕਦਾ? ਪਾਣੀ ਨਾਲ ਕੋਈ ਰਾਜੀ ਹੋ ਜੇ ਬੰਦਾ? ਕਹਿੰਦਾ ਮੈਂ ਹੀ ਤੇਰਾ ਘਰ ਵਾਲਾ ਹਾਂ। ਸਾਰੀ ਕਹਾਣੀ ਵੀ ਦੱਸੀ ਵੀ ਕਿਵੇਂ ਤੇਰੇ ਪਿਓ ਨੇ ਗੁੱਸੇ 'ਚ ਆ ਕੇ ਤੈਨੂੰ ਮੇਰੇ ਨਾਲ ਵਿਆਹਿਆ। ਸਾਰੀ ਕਹਾਣੀ ਦੱਸੀ ਕਿਉਂਕਿ ਵੇਖੀ ਸੀ। ਪਰ ਉਹ ਨਾ ਮੰਨੀ, ਲੜਨ ਲੱਗੇ ਤੇ ਉੱਥੇ ਕੁਝ ਸਿੱਖ ਲੱਕੜਾਂ ਚੁੱਕਦੇ ਫਿਰਦੇ ਸੀਗੇ ਗੁਰੂ ਘਰ ਵਾਸਤੇ। ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ? ਉਹ ਰਜਨੀ ਕਹਿੰਦੀ ਇਹਨੇ ਮੇਰਾ ਪਤੀ ਮਾਰਤਾ, ਇਹ ਮੇਰੇ ਮਗਰ ਕਿਤੋਂ ਲੱਗਿਆ ਹੋਊਗਾ। ਮੇਰਾ ਪਤੀ ਕੋਹੜੀ ਸੀ, ਇਹਨੇ ਮਾਰ ਕੇ ਇਹਦੇ ਸਿਰ ਦਾ ਤੇ ਬਹੁਤ ਨੁਕਸਾਨ ਕੀਤਾ।
ਉਹਨੂੰ ਪੁੱਛਿਆ, ਉਹ ਕਹਿੰਦਾ ਮੈਂ ਹੀ ਇਹਦਾ ਪਤੀ ਆ, ਛਪੜੀ 'ਚ ਮੈਂ ਨਹਾ ਕੇ ਠੀਕ ਹੋ ਗਿਆ। ਸਿੱਖਾਂ ਨੇ ਕਿਹਾ ਵੀ ਗੱਲ ਦੋਨਾਂ ਦੀ ਸਹੀ ਲੱਗਦੀ ਹੈ, ਐਂ ਕਰੋ ਗੁਰੂ ਅਰਜਨ ਦੇਵ ਜੀ ਟਾਹਲੀ ਆਣਾ ਗੁਰਦੁਆਰਾ ਸਾਹਿਬ ਸੰਦੋਖ ਸਰ ਸਰੋਵਰ ਉੱਥੇ ਸੇਵਾ ਕਰਵਾ ਰਹੇ, ਉੱਥੇ ਚੱਲ ਕੇ ਦੱਸੋ, ਉਹਨਾਂ ਨੂੰ ਪੁੱਛਦੇ ਆ। ਫਿਰ ਉਹ ਦੋਨਾਂ ਨੂੰ ਲੈ ਕੇ ਪਾਤਸ਼ਾਹ ਕੋਲ ਆਉਂਦੇ ਆ। ਪਾਤਸ਼ਾਹ ਧਿਆਨ ਦੇ ਨਾਲ ਗੁਰੂ ਅਮਰਦਾਸ ਚਰਨਾਂ ਨਾਲ ਧਿਆਨ ਜੋੜ ਕੇ ਪੁੱਛਦੇ ਆ, ਮਹਾਰਾਜ ਦੱਸੋ। ਤਾਂ ਕਹਿੰਦੇ ਆਵਾਜ਼ ਆਈ, ਇਹੀ ਤਾਂ ਉਹ ਜਗ੍ਹਾ ਜਿੱਥੇ ਮੈਂ ਤੁਹਾਨੂੰ ਅੰਮ੍ਰਿਤ ਦੀ ਗੱਲ ਕੀਤੀ ਸੀ। ਕਹੋ ਸਤਿਨਾਮ, ਤੇਰੇ ਪਿਤਾ ਨੇ ਇਸ ਨੂੰ ਪਟਿਆ ਸੀਗਾ, ਇਹੋ ਹੀ ਅੰਮ੍ਰਿਤ ਸਰੋਵਰ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ ਸਰਯੁਗ ਦਾ ਇਹ ਸਰੋਵਰ ਹੈ, ਜਿਤ ਨਹਾਤਾ ਕਊਆ ਹੰਸ ਹੋ ਹੈ। ਤੇ ਸਾਡੇ ਵਰਗੇ ਵੀ ਉੱਥੇ ਜਾ ਕੇ ਗੁਰੂ ਪਿਆਰੋ ਸੋਹਣੇ ਬਣਨ ਲੱਗੇ। ਕਹੋ ਸਤਿਨਾਮ, ਤੰਦਰੁਸਤ ਹੋਣ ਲੱਗੇ, ਬਿਮਾਰੀਆਂ ਠੀਕ ਹੋਣ ਲੱਗੀਆਂ। ਉਹ ਅੰਮ੍ਰਿਤ ਦੇ ਵਿੱਚ ਕਲਾ ਹੈ, ਐਵੇਂ ਨਹੀਂ ਹੈ। ਤਾਂ ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਜੀ ਫਿਰ ਉਸ ਜਗ੍ਹਾ ਤੇ ਆਏ, ਨਿਸ਼ਾਨਦੇਹੀ ਕੀਤੀ, ਸ਼ਨਾਖਤ ਕੀਤੀ। ਫਿਰ ਉਸ ਪਾਣੀ ਨੂੰ, ਜਲ ਨੂੰ ਸਟੋਰ ਕੀਤਾ। ਫਿਰ ਉੱਥੇ ਸਰੋਵਰ ਬਣਾਇਆ, ਵਿੱਚ ਹਰਿਮੰਦਰ ਸਾਹਿਬ ਬਣਾਇਆ, ਵਿੱਚ ਉਸਦੇ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਪ੍ਰਕਾਸ਼ ਕੀਤਾ। ਇਹ ਸਭ ਆਪ ਜਾਣਦੇ ਹੋ। ਤੋ ਇਸ ਤਰ੍ਹਾਂ ਇਹ ਸੋਢੀਆਂ ਤੇ ਬੇਦੀਆਂ ਦੀ ਕਹਾਣੀ ਸੀ ਗੁਰੂ ਪਿਆਰਿਓ। ਹੁਣ ਬੇਦੀਆਂ ਦੀ ਕੁੱਲ ਵਿੱਚ बेदी बंस बसे तन तारी युद्ध वेद का जिने सुधारी। ਬੇਦੀ ਜਿਨ੍ਹਾਂ ਨੇ ਵੇਦਾਂ ਦਾ ਪ੍ਰਚਾਰ ਕੀਤਾ ਸੀ, ਔਰ ਇਹਨਾਂ ਬੇਦੀਆਂ ਵਿੱਚ ਧਨੁਧਾਰੀ ਸ਼ਸਤਰਧਾਰੀ ਵੀ ਸਨ। ਉਹ ਪਿੱਛੋਂ ਦਾ ਛਤਰੀ ਸਨ, ਪਰ ਵੇਦਾਂ ਨੂੰ ਪੜ੍ਹਨ ਕਰਕੇ ਬੇਦੀ ਬਣ ਗਏ, ਬ੍ਰਾਹਮਣੀ ਵੇਸ ਧਾਰ ਲਿਆ। ਇਸ ਕਰਕੇ ਇਹਨਾਂ ਨੂੰ ਬੇਦੀ ਵੀ ਕਹਿਣ ਲੱਗੇ। तुंड काल का पावक गुंडा यज्ञ थंब सो शोभत झंडा। ਉਸ ਇਲਾਕੇ ਦੇ ਵਿੱਚ ਜ਼ਿਆਦਾਤਰ ਵੇਦਾਂ ਦਾ ਪ੍ਰਚਾਰ ਹੋਇਆ ਸੀ। ਉਹ ਵੇਦਾਂ ਦੀਆਂ ਨਿਸ਼ਾਨੀਆਂ ਵੀ, ਉਹਨਾਂ ਦੇ ਸਮਾਗਮਾਂ ਦੀਆਂ ਨਿਸ਼ਾਨੀਆਂ ਝੰਡਾ ਆਦਿ ਤੇ ਹੋਰ ਹਵਨ ਕਰਨ ਵਾਲੇ ਕੁੰਡ ਆਦਿ ਸਨ। किरपन सम कतुरता खोए कर बार के कीन सरसोए। ਇਸ ਤਰ੍ਹਾਂ ਗੁਰੂ ਪਿਆਰਿਓ, ਉਸ ਇਲਾਕੇ ਦੇ ਵਿੱਚ ਜੱਗ ਕਰਤਾਵਾਂ ਨੇ ਕਾਇਰਤਾ ਛੱਡ ਦਿੱਤੀ ਸੀ। ਭਾਵ ਜਿਹੜੇ ਜੱਗ ਕਰਨ ਵਾਲੇ ਸਨ ਉਹ ਕਾਇਰ ਦੀ ਬਜਾਏ ਹੁਣ ਤਕੜੇ ਹੋ ਗਏ ਸਨ। दोस्ता मिक बौदीन आहुति जय सर्पी श्रोणत सयुति। ਇਸ ਤਰ੍ਹਾਂ ਉਹ ਜਗ੍ਹਾ ਦੇ ਉੱਤੇ ਬਹੁਤ ਸਾਰਾ ਧਰਮ ਦਾ ਕਾਰਜ ਹੋਇਆ ਸੀ। असबे दिवस तलवंडी जिनकी बौकीरत जग मंडी। ਉੱਥੇ ਵੇਦਾਂ ਦਾ ਪ੍ਰਚਾਰ ਹੋਣ ਕਰਕੇ ਇਹ ਤਲਵੰਡੀ ਦੇਸ਼ ਵਿੱਚ ਆਲ ਵਰਲਡ ਵਿੱਚ ਬੜੀ ਮਸ਼ਹੂਰ ਹੋ ਗਈ ਸੀ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਇਹ ਜਗ ਮੰਡੀ ਸੰਸਾਰ ਦੀ ਇੱਕ ਵੱਡੀ ਮੰਡੀ ਵੀ ਮੰਨੀ ਜਾਂਦੀ ਸੀ। संकार तैरत बिताए पास विश्राम तास कुल माही। ਇਸ ਇਲਾਕੇ ਦੇ ਵਿੱਚ ਬੇਦੀਆਂ ਦੇ ਵਿੱਚ ਸ਼ਿਵਰਾਮ ਨਾਮ ਦਾ ਇੱਕ ਮਨੁੱਖ ਪੈਦਾ ਹੋਇਆ ਹੈ। बिरत शात की जिन मन कीनी जीवा राज तुम की तज दीनी। ਇਹ ਜਿਹੜਾ ਸ਼ਿਵਰਾਮ ਸੀਗਾ, ਇਹ ਭਜਨ ਬੰਦਗੀ ਵਾਲਾ ਬੰਦਾ ਸੀਗਾ। ਕੌਣ ਹੈ ਇਹ? ਧੰਨ ਗੁਰੂ ਨਾਨਕ ਦੇਵ ਜੀ ਦਾ ਦਾਦਾ। ਤਾਂ ਗੁਰੂ ਪਿਆਰੋ, ਸ਼ਿਵਰਾਮ ਜੀ ਦੀ ਬਿਰਤੀ ਬੜੀ ਸ਼ਾਂਤਕੀ ਸੀ, ਸ਼ਾਂਤਮਈ ਸੀ। ਜੀਵਾ ਰਜ ਤਮ ਕੀ ਤਜ ਦੀਨੀ, ਇਸਨੇ ਬਸ ਦਸਾਂ ਨੌਹਾਂ ਦੀ ਕਿਰਤ ਕਰਨੀ, ਉਹ ਖਾਣਾ। ਔਰ ਗੁਰੂ ਪਿਆਰੋ, ਰਜੋ ਤਮੋ ਗੁਣਾ ਤੋਂ ਆਪਣੀ ਸੁਰਤ ਨੂੰ ਉੱਚਾ ਚੱਕ ਲਿਆ। होए आसिंस अयुद्ध कर छोरे श्रीपत की पद पदम नेहोरे। ਸ਼੍ਰੀਪਤ ਮਾਇਆ ਦਾ ਪਤੀ, ਲక్ష్ਮੀ ਦਾ ਪਤੀ ਪਰਮੇਸ਼ਰ। ਭਾਵ ਇਹ ਸ਼ਿਵਰਾਮ ਨੇ ਪਰਮੇਸ਼ਰ ਦੇ ਨਾਲ ਜੁੜਨਾ ਕੀਤਾ ਔਰ ਅਹਿੰਸਕ ਹੋ ਗਿਆ। ਜਿੱਥੇ ਪੁਰਾਣੇ ਸਮੇਂ ਛਤਰੀ ਲੋਕ ਮਾਸ ਵੀ ਖਾਂਦੇ ਸਨ, ਸ਼ਿਕਾਰ ਖੇਡਦੇ ਸਨ, ਇਸ ਨੇ ਸ਼ਿਕਾਰ ਖੇਡਣਾ, ਮਾਸ ਖਾਣਾ ਬੰਦ ਕਰਕੇ ਅਹਿੰਸਕ ਹੋ ਕੇ ਪਰਮੇਸ਼ਰ ਨਾਲ ਜੁੜਨਾ ਕੀਤਾ। तह बनारसी नाम सोतिया पत व्रत धर्म जस दृढ़ किया। ਔਰ ਇਸ ਸ਼ਿਵਰਾਮ ਦੀ ਪਤਨੀ ਹੈ ਮਾਤਾ ਬਨਾਰਸੀ, ਉਸ ਦਾ ਨਾਮ ਹੈ। ਇਹ ਵੀ ਪਤੀ ਵਰਤਾ ਧਰਮ ਦੇ ਵਿੱਚ ਸਮਰੱਥ ਹੈ। ਤਿਨ ਤੇ ਸੁਤ ਜੁਗ ਭਏ ਸੁਚਾਲੂ ਵੱਡ ਕਾਲੂ ਛੋਟੇ ਸ਼ੁਭ ਲਾਲੂ। ਸ਼ਿਵਰਾਮ ਦੇ ਘਰੇ ਮਾਤਾ ਬਨਾਰਸੀ ਦੀ ਕੁੱਖੋਂ ਦੋ ਪੁੱਤਰ ਹੋਏ, ਵੱਡੇ ਮਹਿਤਾ ਕਾਲੂ ਜੀ ਤੇ ਛੋਟੇ ਲਾਲੂ ਜੀ। ਵੈਸੇ ਪੂਰਾ ਨਾਮ ਹੈ ਮਹਿਤਾ ਕਲਿਆਣ ਦਾਸ ਤੇ ਦੂਸਰੇ ਦਾ ਨਾਮ ਹੈ ਲਾਲ ਚੰਦ। ਇਹ ਦੋ ਪੁੱਤਰ ਬਨਾਰਸੀ ਮਾਤਾ ਦੀ ਕੁੱਖੋਂ
शिवराम ने घरे पैदा होए। बड़ भागी जो है शुभ कर्मी, भगत प्यारन निश्चल धर्मी। ਵੱਡੇ ਭਾਗਾਂ ਵਾਲਾ ਇਹ ਪਰਿਵਾਰ ਪ੍ਰੇਮਾ ਭਗਤੀ ਦੇ ਵਿੱਚ ਲੱਗਿਆ ਹੋਇਆ ਹੈ। जप तप व्रत नेम समुदाय, करत बहुत जे जन्म बिताए। ਲੰਮੇ ਸਮਿਆਂ ਤੋਂ ਜਪ ਤਪ ਆਦि ਕਰਦੇ ਆ ਰਹੇ ਹਨ। चौपई अनेक जन्म की इच्छा जासु, विष्णु होए सुत ज्ञान निवासु। ਹੁਣ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਮਨ ਵਿੱਚ ਇੱਕ ਇੱਛਾ ਸੀਗੀ। ਮਹਿਤਾ ਕਾਲੂ ਜੀ ਦੀ ਗੱਲ ਕਰੀਏ, ਇਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਸਾਡੇ ਘਰੇ ਪਰਮੇਸ਼ਰ ਅਵਤਾਰ ਧਾਰੇ। ਵਿਸ਼ਨੂੰ ਨਾਮ ਹਿੰਦੂ ਮਤ ਵਿੱਚ ਪਰਮੇਸ਼ਰ ਤੋਂ ਹੀ ਮੰਨਿਆ ਜਾਂਦਾ ਹੈ, ਪਰ ਇੱਥੇ ਭਾਈ ਸਾਹਿਬ ਜੀ ਨੇ ਵਿਸ਼ਨੂੰ ਇਸ ਗੱਲ ਲਈ ਲਿਖਿਆ ਕਿ ਉਦੋਂ ਵਿਸ਼ਨੂੰ ਦਾ ਹੀ ਨਾਮ ਚੱਲਦਾ ਸੀਗਾ। ਇਸ ਕਰਕੇ ਮਹਿਤਾ ਕਾਲੂ ਜੀ ਜਿਹੜੇ ਹੋਏ, ਇਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਸਾਡੇ ਘਰੇ ਪਰਮੇਸ਼ਰ ਅਵਤਾਰ ਧਾਰੇ। हृदय करत संकल्प विकल्पा, भगत दीन रिजे गुण अल्पा। ਔਰ ਮਨ ਵਿੱਚ ਇਹ ਖਿਆਲ ਕਰਦੇ ਰਹਿੰਦੇ ਸੀ। ਇਸ ਦੀ ਵੀ ਇੱਕ ਛੋਟੀ ਜਿਹੀ ਕਹਾਣੀ ਆ। ਮਹਿਤਾ ਕਾਲੂ ਜੀ ਪਿਛਲੇ ਜਨਮ ਵਿੱਚ ਸਾਧੂ ਸਨ ਕਹਿੰਦੇ, ਔਰ ਜਿਸ ਸਾਧੂ ਦੇ ਨਾਲ ਇਹ ਚੇਲੇ ਸਨ, ਸੇਵਕ ਸਨ, ਉਹਦੇ ਨਾਲ ਰਹਿ ਕੇ ਤਪੱਸਿਆ ਕਰਦੇ ਸੀਗੇ। ਬੜੇ ਭਜਨ ਬੰਦਗੀ ਤਪੱਸਿਆ ਵਾਲੇ ਮਨੁੱਖ ਸੀ ਇਹ। ਮਹਿਤਾ ਕਾਲੂ ਦੀ ਰੂਹ ਪਿਛਲੇ ਜਨਮ ਦੀ ਗੱਲ ਲਿਖਦੇ ਆ ਭਾਈ ਸਾਹਿਬ ਜੀ। ਕਹਿੰਦੇ ਇੱਕ ਦਿਨ ਇਹਨਾਂ ਨੂੰ ਪਰਮੇਸ਼ਰ ਨੇ ਦਰਸ਼ਨ ਦਿੱਤੇ, ਇਹਨਾਂ ਦੀ ਭਗਤੀ ਤੇ ਖੁਸ਼ ਹੋ। ਕਹਿੰਦੇ ਭਗਤਾ ਬੋਲ ਕੀ ਚਾਹੀਦਾ। ਜਦੋਂ ਧਿਆਨ ਖੋਲਿਆ, ਬੜਾ ਸੁੰਦਰ ਸਰੂਪ ਹੈ। ਮਹਿਤਾ ਕਾਲੂ ਜੀ ਦੀ ਉਸ ਜਨਮ ਦੀ ਰੂਹ ਕਹਿੰਦੀ ਆ, ਬਹੁਤ ਸੁੰਦਰ ਹੋ। ਕਹਿੰਦੇ ਤੈਨੂੰ ਚਾਹੀਦਾ ਕੀ ਹੈ? ਤੂੰ ਭਗਤੀ ਕੀਤੀ, ਮੈਂ ਬਹੁਤ ਖੁਸ਼ ਹਾਂ ਤੇਰੀ ਤਪੱਸਿਆ ਤੇ। ਕਹਿੰਦਾ ਮੇਰਾ ਜੀ ਕਰਦਾ ਤੂੰ ਪੁੱਤਰ ਬਣ ਕੇ ਆਵੇਂ ਤੇ ਮੈਂ ਤੈਨੂੰ ਖੜਾਵਾਂ। ਕੋਈ ਸਤਨਾਮ ਸਾਡੇ ਘਰੇ ਪੁੱਤ ਬਣ ਕੇ ਆ ਜਾ। ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਕਹਿੰਦੇ ਮਹਿਤਾ ਕਾਲੂ ਜੀ, ਜੇ ਤੂੰ ਮੇਰੇ ਘਰੇ ਪੁੱਤਰ ਬਣ ਕੇ ਜਨਮ ਲਵੇਂ ਤੇ ਮੈਂ ਤੇਰੀ ਸੇਵਾ ਕਰਾਂ। ਤੇ ਪਰਮੇਸ਼ਰ ਕਹਿੰਦੇ ਤਥਾਸਤੂ। ਇੰਨਾ ਕਹਿ ਕੇ ਚਲੇ ਗਏ। ਉਹ ਸਾਧ ਰਾਮ ਆਪਣੇ ਗੁਰੂ ਨੂੰ ਜਾ ਕੇ ਦੱਸਦਾ, ਕਹਿੰਦਾ ਮਹਾਰਾਜ ਅੱਜ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੋਏ। ਅੱਛਾ, ਫਿਰ ਕੀ ਕਹਿੰਦੇ? ਮੈਨੂੰ ਕਹਿੰਦੇ ਮੰਗ ਕੀ ਮੰਗਦਾ? ਫਿਰ ਤੂੰ ਕੀ ਮੰਗਿਆ? ਜੀ ਮੈਂ ਬੇਨਤੀ ਕੀਤੀ ਵੀ ਤੁਸੀਂ ਮੇਰੇ ਘਰੇ ਪੁੱਤਰ ਬਣ ਕੇ ਆ ਜਾਓ। ਤੇ ਫਿਰ ਉਹ ਕਹਿੰਦੇ ਜੀ ਆਊਂਗਾ। ਉਹ ਕਹਿੰਦੇ ਕੋਈ ਨਿਸ਼ਾਨੀ ਵੀ ਮੰਗੀ ਵੀ ਮੇਰੇ ਯਾਦ ਵੀ ਰਵੇ, ਮੈਂ ਸੇਵਾ ਕਰਾਂ। ਕਹਿੰਦਾ ਨਿਸ਼ਾਨੀ ਤਾਂ ਕੋਈ ਮੰਗੀ ਨਹੀਂ। ਇੰਨਾ ਕਹਿ ਕੇ ਲੋਪ ਹੋ ਗਏ। ਕਹਿੰਦਾ ਆ ਤਾਂ ਜਾਊਗਾ, ਹੁਣ ਤੈਨੂੰ ਪਛਾਣ ਨਹੀਂ ਰਹਿਣੀ ਉਸ ਦੀ। ਕਹੋ ਸਤਿਨਾਮ। ਤੈਨੂੰ ਪਛਾਣ ਨਹੀਂ ਰਹਿਣੀ, ਆਊਗਾ ਜ਼ਰੂਰ ਲਾਜ਼ਮੀ ਤੇਰੇ ਘਰੇ। ਹੁਣ ਉਹ ਮਹਿਤਾ ਕਾਲੂ ਦੀ ਪਿਛਲੇ ਕਈ ਜਨਮਾਂ ਦੀ ਅਰਦਾਸਾਂ ਤਪੱਸਿਆਵਾਂ, ਅੱਜ ਧਰਤੀ ਦੀਆਂ ਪੁਕਾਰਾਂ, ਪਰਮੇਸ਼ਰ ਦੀ ਆਉਣ ਦਾ ਬਹਾਨਾ, ਇਹ ਫਿਰ ਮਹਿਤਾ ਕਾਲੂ ਦੇ ਘਰੇ ਕਿਵੇਂ ਬਣਦਾ? जे मुझ लके दीन गुण नाही, भय सूकरी सफरी माही। ਤੇ ਮਹਿਤਾ ਕਾਲੂ ਪਰਮੇਸ਼ਰ ਨੂੰ ਕਹਿੰਦਾ ਹੈ ਕਿ ਜੇ ਤੂੰ ਮੇਰੇ ਘਰੇ ਪੁੱਤਰ ਬਣ ਕੇ ਆਵੇਂ, ਕਈ ਜਨਮਾਂ ਤੋਂ ਬੇਨਤੀਆਂ ਕਰਦਾ ਰਿਹਾ ਹੈ। ਕਹਿੰਦਾ ਜੇ ਤੂੰ ਕਹੇ ਕਿ ਮੇਰੇ ਵਿੱਚ ਗੁਣ ਨਹੀਂ, ਤਾਂ ਤੂੰ ਤਾਂ ਹੋਰ ਵੀ ਕਈ ਜੂਨਾਂ ਦੇ ਵਿੱਚੋਂ ਜਨਮ ਧਾਰਿਆ ਹੈ। ਇਸ ਕਰਕੇ ਪਰਮੇਸ਼ਰ ਕੀ ਕਹਿੰਦੇ ਆ ਮਹਿਤਾ ਕਾਲੂ ਨੂੰ? ਫਿਰ ਮਹਿਤਾ ਕਾਲੂ ਦਾ ਉਹ ਸੰਕਲਪ ਕਿਵੇਂ ਪੂਰਾ ਕਰਦੇ ਆ ਨਾਨਕ ਬਣ ਕੇ? ਪਰ ਫਿਰ ਨਾਨਕ ਦੀ ਪਛਾਣ ਨਹੀਂ ਆਈ ਕਾਫੀ ਸਮਾਂ, ਜਿੰਨਾ ਚਿਰ ਬਾਬਾ ਜੀ ਨੇ ਆਪ ਨਹੀਂ ਪਛਾਣ ਕਰਾਈ ਆਪਣੇ ਬਾਪੂ ਨੂੰ। ਵਿਚਾਰਾਂ ਇੱਥੇ ਰੋਕਦੇ ਆ, ਰਹਿੰਦੀਆਂ ਵਿਚਾਰਾਂ ਅਗਲੇ ਦੌਰ ਨਾਲ ਸਰਪਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व में जन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे पियो बनार, हे संत कै सदा संग दीदारा आधार। हे ठाकुर हों दास रो निर्गुण गुण नहीं कोई, नानक दीजै नाम दान। राखो ये परोए, आए प्रभ शरणागति कृपा नित दयाल। एक अखर हर मन बसत नानक होत निहाल, एक ओंकारा सतगुरु ते प्रसाद सच होए। वाहिगुरु जी की फतेह विघ्न है। विनाशन सोए, वाहिगुरु जी की फतेह विघ्न है। विनाशन सोए। वाहिगुरु जी
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।